देखो जिन्ने भी सीनियर लीडर्स ने भावें वो विच भी बैठे है ਜਾਂ अलग भी ਹੋਏ है वो सिर्फ सोच करके अलग बैठे है, कोई ये नहीं कि पंथ विरोधी नहीं। ਜਿਹੜੇ ਵੀ ਪੰਥ ਕੇਕੇ ਦੀ ਗੱਲ ਕਰਦੇ ਆ ਸਮਝਿਆ ਜਾਂਦਾ ਹੈ ਸੁਖਬੀਰ ਬਾਦਲ ਜਾਂ ਉਹਨਾਂ ਜਿਹੜੀ ਲੀਡਰਸ਼ਿਪ ਵੱਲੋਂ ਹੈ ਕਿ ਪਾਰਟੀ ਦੇ ਅੰਦਰ ਬਗਾਵਤ ਦੀਆਂ ਸੁਰਾਂ ਆਪਣੀ ਜ਼ਮੀਰ ਨੂੰ ਦਬਾ ਕੇ ਆਪਣੀ ਜ਼ਮੀਰ ਦੀ ਆਵਾਜ਼ ਤੇ ਗੱਲ ਨਾ ਕਰੋ। ਭਾਵੇਂ ਰੋਣਾ ਵੀ ਆਵੇ ਤੁਹਾਡੇ ਮੁੱਦਿਆਂ ਤੇ ਹੱਸਦੇ ਆਪਣੇ ਦੰਦ ਕੱਢ ਕੇ ਦਿਖਾਓ। ਅਗਰ ਤਾਂ ਇਹੋ ਜਿਹੀ ਸਥਿਤੀ ਵਿੱਚ ਚੱਲਣਾ ਹੈਗਾ ਫਿਰ ਤਾਂ ਮੇਰਾ ਖਿਆਲ ਹੈ ਉਹਦੇ ਨਾਲ ਘਰ ਬੈਠਣਾ ਬਿਹਤਰ ਹੋਏਗਾ। ਇਹ ਉਹ ਲੀਡਰ ਸਾਹਿਬਾਨ ਨੇ, ਮੈਂ ਇਸ ਮੰਚ ਤੋਂ ਕਹਿਣ ਦੀ ਗੁਸਤਾਖੀ ਕਰ ਰਹੀ ਹਾਂ, ਜਿਨ੍ਹਾਂ ਨੇ ਪੈਰਾਂ ਵਿੱਚ ਪੈਰ ਧਰਿਆ, ਹਾਂ 'ਚ ਹਾਂ ਮਿਲਾਈ, ਉਹ ਅੱਜ ਉਸ ਦਾ ਉਹਨਾਂ ਨੇ ਖਮਿਆਜ਼ਾ ਭੁਗਤਿਆ। ਕਿ ਪੰਥਕ ਹਿੱਤਾਂ ਦੇ ਲਈ ਕਿਉਂ ਨਾ ਇੱਕ ਮਜ਼ਬੂਤ ਲੀਡਰਸ਼ਿਪ ਉਭਾਰੀ ਜਾਵੇ ਤੇ ਜਿਹੜੀ ਸਿੱਧੇ ਤੌਰ ਤੇ ਸੁਖਬੀਰ ਬਾਦਲ ਨੂੰ ਲੱਗਦਾ ਕਿ ਉਹਨਾਂ ਲਈ ਵੱਡੀ ਚੁਣੌਤੀ ਹੈ ਇਹ। ਪੰਥ ਨੂੰ ਗ੍ਰਹਿਣ ਲੱਗਿਆ ਜਾਂ ਅਕਾਲੀ ਦਲ ਨੂੰ ਗ੍ਰਹਿਣ ਲੱਗਿਆ ਤੇ ਉਹ ਜਿਹੜਾ ਗ੍ਰਹਿਣ ਹੈਗਾ ਉਹ ਐਕਚੁਅਲੀ ਬਾਦਲ ਕਲੈਨ ਦਾ ਗ੍ਰਹਿਣ ਲੱਗਿਆ ਹੋਇਆ ਤੇ ਜਦੋਂ ਤੱਕ ਉਹ ਗ੍ਰਹਿਣ ਜਿਹੜਾ ਉਹ ਹਟੇਗਾ ਨਹੀਂ ਉਦੋਂ ਤੱਕ ਮੁੜ ਕੇ ਬਹਾਲੀ ਨਹੀਂ ਹੋਏਗੀ। ਬਾਦਲ ਫੈਮਿਲੀ ਦੀ ਲੀਡਰਸ਼ਿਪ ਨੂੰ ਲੰਬੇ ਸਮੇਂ ਤੋਂ ਢਹਿੰਦੀ ਕਲਾ ਵਿੱਚ ਜਾਂਦੇ ਦੇਖਿਆ ਤੇ ਜਦੋਂ ਲੋਕਾਂ ਦੀ ਵੋਟ ਹੀ ਨਹੀਂ ਮਿਲ ਰਹੀ, ਲੋਕ ਇਹਨਾਂ ਦੇ ਨਾਲ ਹੁੰਗਾਰਾ ਹੀ ਨਹੀਂ ਭਰ ਰਹੇ ਤੇ ਆਖਰ ਤਾਂ ਇਹ ਲੋਕ ਪੋਲੀਟੀਕਲ ਫੀਲਡ ਦੇ ਵਿੱਚ ਪਬਲਿਕ ਦੀ ਵੋਟ ਲੈਣ ਲਈ ਘੁੰਮ ਰਹੇ ਹੈ। ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਲੀਅਰ ਹੋਏਗੀ ਕਿ ਸੁਖਬੀਰ ਬਾਦਲ ਦੇ ਨਾਲ ਰਹਿ ਕਿੰਨੇ ਕੁ ਬੰਦੇ ਜਾਣਗੇ। ਮੈਨੂੰ ਇਹ ਜਾਪਦਾ ਹੈ ਕਿ ਵੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਬਾਦਲ ਅਕਾਲੀ ਦਲ ਦੀ ਜਗ੍ਹਾ ਆਪਾਂ ਮਜੀਠੀਆ ਅਕਾਲੀ ਦਲ ਨਾਲ ਦੇਖੀਏ ਕਿ ਨਵਾਂ ਅਕਾਲੀ ਦਲ ਬਣ ਗਿਆ ਜਿਹਦਾ ਨਾਮ ਮਜੀਠੀਆ ਅਕਾਲੀ ਦਲ ਹੋ ਗਿਆ। ਬਹੁਤ ਸਾਰੀਆਂ ਬਗਾਵਤਾਂ ਜਿਹੜੀਆਂ ਮੈਂ ਗਣਾ ਸਕਦਾ ਜਿਹੜੀਆਂ ਇਸ ਅਕਾਲੀ ਦਲ ਦੇ ਵਿੱਚ ਹੋਈਆਂ, ਔਰ ਅਕਾਲੀ ਦਲ ਜਿਹੜਾ ਹੈਗਾ ਹੈ ਇਹਨਾਂ ਬਰਦਾਸ਼ਤ ਦਬਾਉਂਦਾ ਰਿਹਾ ਕਿਉਂਕਿ ਅਕਾਲੀ ਦਲ ਅਸੂਲ ਦੇ ਉੱਤੇ ਕਦੇ ਨਹੀਂ ਖੜਾ। ਬੇਅਸੂਲਾ ਅਕਾਲੀ ਦਲ ਹੈ, ਇਹਨੇ ਕਦੀ ਸੰਵਿਧਾਨ ਦੀ ਗੱਲ ਹੀ ਨਹੀਂ ਕੀਤੀ। ਜਿਹੜੀ ਇਹ ਇੱਕ ਸਰਮੌਰ ਜਥੇਬੰਦੀ ਪੰਥ ਦਾ ਨਾਮ ਵਰਤ ਕੇ ਸਮਾਜਿਕ ਕਦਰਾਂ ਕੀਮਤਾਂ ਨੂੰ ਵਿਸਾਰ ਚੁੱਕੇ ਨੇ, ਧਾਰਮਿਕ ਕਦਰਾਂ ਕੀਮਤਾਂ ਨੂੰ ਵਿਸਾਰ ਚੁੱਕੇ ਨੇ, ਇੱਕ ਰਾਜ ਸੱਤਾ ਦੀ ਪ੍ਰਾਪਤੀ ਦੇ ਲਈ ਉਹ ਪੰਥਕ ਇਕੱਠ ਜਾਂ ਪੰਥਕ ਧਿਰਾਂ ਨੂੰ ਜੋੜਨ ਦੀ ਗੱਲ ਕਰਦੇ ਨੇ। ਇਹ ਤੋਂ ਵੱਡੀ ਬਦਕਿਸਮਤੀ ਪੰਜਾਬ ਲਾਣ ਲਈ ਕੋਈ ਹੋ ਸਕਦੀ। ਤੁਸੀਂ ਦੇਖੋ ਅੱਜ ਕਿਸਾਨ ਕਿੱਥੇ ਆ, ਅੱਜ ਮਜ਼ਦੂਰ ਕਿੱਥੇ ਆ, ਅੱਜ ਜਿਹੜਾ ਹੈਗਾ ਸਿੱਖ ਪੰਥ ਜਿਹੜਾ ਪਿੰਡਾਂ 'ਚ ਬੈਠੇ ਨੇ ਉਹ ਕਿੱਥੇ ਨੇ, ਅੱਜ ਕਿੱਥੇ ਨੇ ਸਾਡੇ ਬੱਚੇ, ਕਿੱਥੇ ਗਈਆਂ ਪਗੜੀਆਂ। ਬੱਚੇ ਦੇਖ ਸਕਦੇ ਹੋ ਤੁਸੀਂ, ਨਸ਼ਿਆਂ ਨਾਲ ਮਰਦੇ ਦੇਖ ਸਕਦੇ ਹੋ ਤੁਸੀਂ, ਕਿਸਾਨਾਂ ਦੀਆਂ ਗੱਲਾਂ ਕਰ ਲਓ ਤੇ ਉਦੋਂ ਇਹਨਾਂ ਨੂੰ ਪੰਥਕ ਧਿਰਾਂ ਨੂੰ ਸਿੰਧ ਜੋੜਨ ਲਈ ਸਮਾਂ ਨਹੀਂ ਮਿਲਿਆ। 5 ਸਾਲ ਬੇਵਕੂਫ ਬਣਾ ਲੂੰਗੇ, 10 ਬਣਾ ਲੂੰਗੇ। ਲੰਬੇ ਸਮੇਂ ਤੋਂ ਲੋਕਾਂ ਨੂੰ ਤੁਸੀਂ ਐਕਸਪਲੋਇਟ ਕਰਦੇ ਆ ਰਹੇ ਹੋ ਤੇ ਹਾਰ ਕੇ ਪੰਜਾਬ ਦੀ ਜਨਤਾ ਨੇ ਕਹਿਤਾ ਵੀ ਇਹ ਪੰਥ ਨਹੀਂ ਹੈ। ਜਿਹੜੇ ਸ਼ਿਵ ਸੈਨਾ ਵਰਗੀ ਜਿਹੜੀ ਇੰਨੇ ਚਾਰ ਦੀ ਉਹਨਾਂ ਨਾਲ ਪਾਰਟੀ ਤੁਰੀ ਆਉਂਦੀ ਸੀ ਉਹਨੂੰ ਖੇਰੂ ਕਰਕੇ ਸੁੱਟ ਦਿੱਤਾ। ਅੱਜ ਅਗਰ ਬੀਜੇਪੀ ਇਹਨਾਂ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈ, ਉਹਨਾਂ ਦੇ ਮਗਰ ਤੁਰੇ ਫਿਰਦੇ ਨੇ। ਸਾਡਾ ਧਰਮ ਡਿਟੇਰੋਰੇਟ ਹੋ ਗਿਆ। ਅੱਜ ਤੁਸੀਂ ਪ੍ਰੋਪੋਰਸ਼ਨੈਲਿਟੀ ਗੱਲ ਕਰੋ ਤਾਂ ਪਗੜੀਆਂ ਸਾਡੇ ਸਿਰੋਂ ਕਾਫੀ ਕਦਰ ਘਟ ਚੁੱਕੀਆਂ। ਸਾਡੀ ਪੰਜਾਬੀ ਲੈਂਗੁਏਜ, ਸਾਡੀ ਮਾਂ ਬੋਲੀ ਦੇ ਵਿੱਚ ਨਿਗਾਰ ਆ ਚੁੱਕਿਆ। ਤੁਸੀਂ ਗਵਰਨਮੈਂਟ ਆਫੀਸ਼ੀਅਲ ਜਿਹੜੇ ਆંકੜੇ ਚੱਕ ਲਓ, ਤੁਸੀਂ ਪਤੀਤ ਹੁੰਦੇ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਪੰਥਕ ਮੁੱਦਿਆਂ ਦੀ ਆਪਾਂ ਗੱਲ ਕਰੀਏ ਤਾਂ ਪੰਥਕ ਮੁੱਦਿਆਂ ਦੀ ਹਮਾਇਤੀ ਜਿਹੜੀ ਸਭ ਤੋਂ ਵੱਡੀ ਰਾਜਸੀ ਧਿਰ ਅਕਾਲੀ ਦਲ, ਉਹਦੇ ਅੰਦਰ ਲੀਡਰਸ਼ਿਪ ਨੂੰ ਲੈ ਕੇ ਕਿਸ ਕਦਰ ਘਮਸਾਨ ਮਚਿਆ ਹੋਇਆ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਜਗਮੀਤ ਬਰਾੜ, ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਹੁਣ ਇਹਨਾਂ ਮੁੱਦਿਆਂ ਦੇ ਉੱਤੇ ਸਾਨੂੰ ਸਾਰੀਆਂ ਜਿਹੜੀਆਂ ਵੱਖ-ਵੱਖ ਧਿਰਾਂ ਹੈ ਉਹਨਾਂ ਸਿਰ ਜੋੜ ਕੇ ਬੈਠ ਕੇ ਸਾਰੇ ਮੁੱਦਿਆਂ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਅਕਾਲੀ ਦਲ ਕਿਉਂ ਇਸ ਕਦਰ ਹਾਸ਼ੀਏ 'ਤੇ ਚਲਾ ਗਿਆ। ਇਹਨਾਂ ਮੁੱਦਿਆਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਕੁਝ ਹੋਰ ਆਗੂ, ਇਸੇ ਤਰੀਕੇ ਨਾਲ ਆਪਾਂ ਪੁਰਾਣੀ ਗੱਲ ਕਰੀਏ ਤਾਂ ਸੁਖਦੇਵ ਸਿੰਘ ਢੀਂਡਸਾ, ਮਨਪ੍ਰੀਤ ਆਲੀ ਕਿ ਹੋਰ ਆਗੂ ਹੈ ਜਿਹੜੇ ਇਹਨਾਂ ਮੁੱਦਿਆਂ ਦੇ ਸਮੇਂ-ਸਮੇਂ ਆਵਾਜ਼ ਉਠਾਉਂਦੇ ਰਹੇ ਹੈ, ਪਰ ਨਵੇਂ ਸਿਰੇ ਤੋਂ ਇੱਕ ਕੋਸ਼ਿਸ਼ ਜਾਂ ਐਫਰਟਸ ਜ਼ਰੂਰ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਅਕਾਲੀ ਦਲ ਨੇ ਅਫੀਸ਼ੀਅਲ ਤੌਰ 'ਤੇ ਅੱਜ ਵੀ ਇਹ ਗੱਲ ਕਹੀ ਹੈ ਕਿ ਸਾਡਾ ਇਸ ਏਕੇ ਦੀ ਮੁਹਿੰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਆਪਾਂ ਇਹਨਾਂ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਮੈਂ ਮਹਿਮਾਨਾਂ ਦੀ ਜਾਣ ਪਛਾਣ ਤੁਹਾਡੇ ਨਾਲ ਕਰਾਵਾਂ। ਇਸ ਤੋਂ ਪਹਿਲਾਂ ਆਪਾਂ ਸੁਣ ਲੈਂਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਇਸ ਮੁੱਦੇ ਤੇ ਸਾਡੇ ਨਾਲ ਖਾਸ ਗੱਲਬਾਤ ਕੀ ਗੱਲ ਕਰਦੇ ਆ। ਪੰਥਕ ਜਿਹੜਾ ਪੰਥ ਦੀ ਚਿੰਤਾ ਰੱਖਦਾ ਹੈ, ਹਰ ਸਿੱਖ ਜਾਂ ਹਰ ਵਿਅਕਤੀ ਮਹਿਸੂਸ ਕਰਦਾ ਹੈ ਕਿ ਕੋਈ ਨਾ ਕੋਈ ਰਾਹ ਐਸਾ ਲੱਭਿਆ ਜਾਵੇ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਪੰਥਕ ਤੌਰ ਤੇ ਅਸੀਂ ਮਜ਼ਬੂਤ ਹੋ ਸਕੀਏ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹਨਾਂ ਕਦਰਾਂ ਕੀਮਤਾਂ ਨੂੰ ਲੈ ਕੇ ਚੱਲਿਆ ਸੀਗਾ, ਅੱਜ ਸਾਡੇ ਉੱਤੇ ਜਿੱਥੇ ਕਿੰਤੂ ਪਰੰਤੂ ਵੀ ਬਹੁਤ ਹਨ, ਸਾਡੇ 'ਚ ਕਮਜ਼ੋਰੀਆਂ ਵੀ ਬਹੁਤ ਆਈਆਂ, ਸਾਡੀ ਵਿਰੋਧਤਾ ਵੀ ਬਹੁਤ ਹੋ ਰਹੀ ਹੈ, ਤੇ ਜਿਹੜੇ ਵਿਰੋਧਤਾ ਕਰਨ ਵਾਲੇ ਪੰਥ ਚਿੰਤਕ ਹੈ ਉਹ ਉਹਨਾਂ ਨੂੰ ਅਸੀਂ ਸਹੀ ਤਰੀਕੇ ਨਾਲ ਜੇ ਲਈਏ ਤੇ ਮੇਰਾ ਖਿਆਲ ਹੈ ਕਿ ਕੋਈ ਨਾ ਕੋਈ ਹੱਲ ਨਿਕਲ ਸਕਦਾ ਹੈ। ਮੈਂ ਸਮਝਦੀ ਹਾਂ ਕਿ ਠੀਕ ਹੈ, ਭਾਵੇਂ ਹਰ ਵਿਅਕਤੀ ਸੋਚਦਾ ਕਿ ਇੱਕ ਵਿਅਕਤੀ ਨੂੰ ਕੀ ਹੱਕ ਹੈ ਕਿ ਉਹ ਪੰਥਕ ਏਕਤਾ ਦੀ ਗੱਲ ਕਰੇ, ਪਰ ਜੇ ਕੋਈ ਚੰਗਾ ਕਦਮ ਚੁੱਕੇ ਤੇ ਉਹਨੂੰ ਉਹਦੇ ਨਾਲ ਤੁਰ ਕੇ ਜਾਂ ਇਕੱਠੇ ਹੋ ਕੇ ਕੋਈ ਨਾ ਕੋਈ ਵਿਚਾਰ ਕੱਢ ਲੈਣੀ ਚਾਹੀਦੀ ਹੈ। ਦੇਖੋ, ਜਿੰਨੇ ਵੀ ਸੀਨੀਅਰ ਲੀਡਰਸ ਨੇ, ਭਾਵੇਂ ਉਹ ਵਿੱਚ ਵੀ ਬੈਠੇ ਹੈ ਜਾਂ ਅਲੱਗ ਵੀ ਹੋਏ ਹੈ, ਉਹ ਸਿਰਫ ਸੋਚ ਕਰਕੇ ਅਲੱਗ ਬੈਠੇ ਹੈ, ਕੋਈ ਇਹ ਨਹੀਂ ਕਿ ਪੰਥ ਵਿਰੋਧੀ ਨਹੀਂ। ਉਹ ਵੀ ਇਹੀ ਕਹਿੰਦੇ ਆ ਕਿ ਇਕੱਠੇ ਬੈਠ ਕੇ ਕੋਈ ਹੱਲ ਕੱਢਣਾ ਚਾਹੀਦਾ ਜਿਹਦੇ ਨਾਲ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਹੋਈਏ ਤੇ ਇੱਕ ਪਲੇਟਫਾਰਮ ਤੇ ਬੈਠ ਕੇ ਤੇ ਅਸੀਂ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰ ਸਕੀਏ। ਕਿਉਂਕਿ ਬੜੀ ਚਿਰ ਤੋਂ ਅਨੰਦਪੁਰ ਸਾਹਿਬ ਦਾ ਮਤ ਹੈ ਜਾਂ ਕੋਈ ਰਾਜੀਵ ਲੌਂਗੋਵਾਲ ਸਮਝੌਤੇ ਦੀਆਂ ਗੱਲਾਂ, ਹੁਣ ਜਦ ਤੱਕ ਸਿਰ ਜੋੜ ਕੇ ਨਹੀਂ ਬੈਠਾਂਗੇ ਉਹ ਮੁੱਦੇ ਕਿੱਥੇ ਪੂਰੇ ਹੋ ਜਾਣਗੇ। ਕੋਈ ਕਿਸੇ ਪਾਸੇ ਨੂੰ ਖਿੱਚ ਲੈਂਦਾ, ਕੋਈ ਕਿਸੇ ਪਾਸੇ ਨੂੰ ਖਿੱਚ ਲੈਂਦਾ। ਅਸੀਂ ਸ਼ਾਰਟ ਟਰਮ ਸਿਆਸਤ ਚਲਾ ਰਹੇ ਹਾਂ, ਜਿਹੜਾ ਕਿ ਲੌਂਗ ਟਰਮ ਵਾਸਤੇ ਸੋਚਣਾ ਚਾਹੀਦਾ। ਇਹੀਓ ਕਾਰਨ ਹੈ ਕਿ ਅੱਜ ਸਾਡੀ ਪਾਰਟੀ ਜਿਹੜੀ ਹੈ ਉਹ ਵੇਰੂ ਖੇਰੂ ਹੋ ਰਹੀ ਹੈ। ਜੇ ਸਾਰੇ ਸਹੀ ਤਰੀਕੇ ਨਾਲ ਸੋਚਣਗੇ ਤੇ ਪਾਰਟੀ ਵੀ ਇਕੱਠੀ ਹੋ ਸਕਦੀ ਹੈ ਤੇ ਮੁੱਦੇ ਵੀ ਜਿਹੜੇ ਆ ਉਠਾਏ ਜਾ ਸਕਦੇ ਆ ਤੇ ਉਹਨਾਂ ਦੀ ਸਫਲਤਾ ਵੀ ਕੀਤੀ ਜਾ ਸਕਦੀ ਹੈ। ਮੈਨੂੰ ਕੱਲ ਟੈਲੀਫੋਨ ਆਇਆ ਸੀ ਸਰਦਾਰ ਜਗਮੀਤ ਸਿੰਘ ਜੀ ਬਰਾੜ ਸਾਹਿਬ ਦਾ ਉਹਨਾਂ ਨੇ ਕਿਹਾ ਕਿ ਬੀਬੀ ਜੀ ਵੀ ਇਹ ਅਸੀਂ ਚਾਹੁੰਦੇ ਹਾਂ ਵੀ ਇਕੱਠੇ ਬੈਠ ਕੇ ਕੋਈ ਇਹਦਾ ਹੱਲ ਕੱਢੀਏ। ਤੇ ਮੈਂ ਸਾਰਿਆਂ ਨੂੰ ਟੈਲੀਫੋਨ ਕਰ ਰਿਹਾ, ਜੇ ਸਾਰੇ ਨਹੀਂ ਤਾਂ ਜਿਹੜੇ ਬੰਦੇ ਇਹ ਮਹਿਸੂਸ ਕਰਦੇ ਆ ਕਿ ਇਕੱਠੇ ਹੋਣਾ ਚਾਹੀਦਾ, ਆਪਾਂ ਜੇ ਇਕੱਠੇ ਵਿਚਾਰ ਕਰੀਏ। ਮੈਂ ਕਿਹਾ ਜੀ ਬਹੁਤ ਅੱਛੀ ਗੱਲ ਹੈ, ਮੈਂ ਤੇ ਇਸ ਦੀ ਵਿਰੋਧ ਨਹੀਂ ਕਰ ਸਕਦੀ, ਕਿਉਂਕਿ ਪੰਥਕ ਏਕਤਾ ਜੇ ਹੋ ਜੇ ਤੇ ਹੋਰ ਇਹ ਤੋਂ ਵੱਡੀ ਗੱਲ ਕੀ ਚਾਹੀਦੀ ਹੈ ਜੀ। ਤੇ ਉਸ ਜੇ ਵੱਖਰੀ ਡਫਲੀ ਵਜਾਵਾਂਗੇ ਤੇ ਕਦੀ ਵੀ ਕੋਈ ਚੀਜ਼ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਇਕੱਠੇ ਹੋ ਕੇ ਚੱਲਾਂਗੇ ਤੇ ਭਾਰਤ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਸਾਡੇ ਤੋਂ ਡਰ ਕੇ ਰਹੇਗੀ, ਤੇ ਫਿਰ ਪੰਜਾਬ ਸਰਕਾਰ ਦੇ ਵਿੱਚ ਅਸੀਂ ਆਪਣੀ ਸ਼ਕਤੀ ਬਣਾ ਸਕਦੇ, ਭਾਰਤ ਸਰਕਾਰ ਚ ਸ਼ਕਤੀ ਬਣਾ ਸਕਦੇ ਹਾਂ, ਪਰ ਇਕੱਲਿਆਂ ਮੇਰਾ ਖਿਆਲ ਹੈ ਸ਼ਕਤੀ ਬਣਾਉਣੀ ਬੜੀ ਔਖੀ ਹੁੰਦੀ ਹੈ। ਇਹੋ ਹੀ ਚਿੰਤਾ ਨਾ ਕਿ ਜਦ ਤੱਕ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਨਹੀਂ ਕਰਦੇ, ਖੇਤਰੀ ਪਾਰਟੀ ਸਾਡੀ ਨਹੀਂ ਰਹਿੰਦੀ, ਉਨ ਚਿਰ ਤੱਕ ਕਿਸੇ ਨੂੰ ਵੀ ਡਰ ਨਹੀਂ ਹੋਏਗਾ। ਸੈਂਟਰ ਵੀ ਤਾਂ ਹੀ ਕੰਬਦਾ ਹੁੰਦਾ ਸੀ ਜਦੋਂ ਸਾਡੀ ਖੇਤਰੀ ਪਾਰਟੀ ਜਿਹੜੀ ਰੀਜਨਲ ਪਾਰਟੀ ਉਹ ਤਕੜੀ ਹੋਵੇ, ਇਹਨਾਂ 'ਚ ਏਕਤਾ ਹੋਵੇ, ਇਕਸੁਰਤਾ ਹੋਵੇ, ਔਰ ਇਹ ਆਵਾਜ਼ ਦੇਣ ਤੇ ਸਾਰਾ ਪੰਜਾਬ ਜਿਹੜਾ ਉਹਦੇ ਪਿੱਛੇ ਲੱਗ ਜਾਏ। ਹੁਣ ਇਸ ਗੱਲ ਨੂੰ ਬਣਾਉਣ ਵਾਸਤੇ ਬਹੁਤ ਮਿਹਨਤ ਕਰਨੀ ਪਵੇਗੀ। ਉਹ ਤਾਂ ਹੋਏਗੀ ਜੇ ਅਸੀਂ ਅਲੱਗ-ਅਲੱਗ ਡਫਲੀ ਵਜਾਵਾਂਗੇ ਤੇ ਕਦੀ ਕਾਮਯਾਬੀ ਨਹੀਂ ਹੋਣੀ, ਜੇ ਅਸੀਂ ਇਕੱਠੇ ਹੋਵਾਂਗੇ ਤੇ ਕਾਮਯਾਬੀ ਹੋਏਗੀ। ਮੈਂ ਸਮਝਦੀ ਹਾਂ ਕਿ ਸਾਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਔਰ ਬੜੇ ਗੰਭੀਰਤਾ ਦੇ ਨਾਲ ਇਹ ਮਸਲੇ ਲੈਣੇ ਚਾਹੀਦੇ ਆ। ਇਹੀ ਸਭ ਤੋਂ ਵੱਡੀ ਤਰਾਸਦੀ ਹੈ ਜਿਸ ਮੁੱਦੇ ਦੀ ਆਪਾਂ ਗੱਲ ਕਰ ਰਹੇ ਹਾਂ। ਜਿਹੜੀਆਂ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਸ਼ਖਸੀਅਤਾਂ, ਨੇਤਾ ਜਿਹੜੇ ਪਾਰਟੀ ਬਾਰੇ ਚਿੰਤਾ ਕਰ ਰਹੇ ਆ, ਇਕੱਠੇ ਹੋਣ ਦੀ ਗੱਲ ਕਰ ਰਹੇ ਆ, ਉਹਨਾਂ ਨੂੰ ਬਾਗੀਆਂ ਦਾ ਰੁਤਬਾ ਦਿੱਤਾ ਜਾਂਦਾ ਤੇ ਪਾਰਟੀ ਤੋਂ ਬਾਹਰ ਦਾ ਰਾਹ ਵੀ ਵਿਖਾਇਆ ਜਾਂਦਾ। ਇਸ ਤੋਂ ਪਹਿਲਾਂ ਕਿ ਇਹਨਾਂ ਮੁੱਦਿਆਂ ਤੇ ਮੈਂ ਆਪਣੇ ਮਹਿਮਾਨਾਂ ਦੇ ਨਾਲ ਜਿਹੜੀ ਤੁਹਾਡੀ ਜਾਣ ਪਹਿਚਾਣ ਕਰਾਵਾਂ, ਇਹਨਾਂ ਮੁੱਦਿਆਂ ਤੇ ਮੈਂ ਇੱਕ ਗੱਲ ਜ਼ਰੂਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਅਕਾਲੀ ਦਲ ਨੂੰ ਵੀ ਇਸ ਬਹਿਸ 'ਚ ਮੈਂ ਆਉਣ ਦੇ ਲਈ ਬੇਨਤੀ ਕੀਤੀ ਸੀ। ਇਹ ਸਹੀ ਹੈ ਕਿ ਅੱਜ ਦੀ ਬਹਿਸ ਦੇ ਅੰਦਰ ਅਕਾਲੀ ਦਲ ਜਿਹੜਾ ਪੰਥਕ ਨੁਮਾਇੰਦਾ ਆਪਣੇ ਆਪ ਨੂੰ ਕਹਾਉਂਦਾ ਹੈ ਉਹ ਅਕਾਲੀ ਦਲ ਤਾਂ ਨਹੀਂ ਹੈ, ਪਰ ਅੱਜ ਸਾਡੇ ਸਟੂਡੀਓ 'ਚ ਪੰਥ ਜ਼ਰੂਰ ਬੈਠਾ। ਮੈਂ ਆਓ ਜਾਣ ਪਛਾਣ ਕਰਾਉਣਾ ਆਪਣੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਡਾਕਟਰ ਮਦਨਜੀਤ ਸਹੋਤਾ ਨੇ, ਸਿੱਖ ਵਿਦਵਾਨ ਨੇ, ਸਾਡੇ ਨਾਲ ਗੁਰਪ੍ਰਤਾਪ ਸਿੰਘ ਰਿਆੜ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬਾ ਸਮਾਂ ਸੇਵਾ ਕਰਨ ਵਾਲੇ ਆਗੂ ਰਹੇ ਹੈ। ਸਾਡੇ ਨਾਲ ਸਾਹਿਬ ਅਮਰਿੰਦਰ ਸਿੰਘ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਨੇ। ਸਾਡੇ ਨਾਲ ਬੂਟਾ ਸਿੰਘ ਬਰਾਗੀ ਜੀ ਪੰਥਕ ਤੇ ਸਮਾਜਿਕ ਮੁੱਦਿਆਂ 'ਤੇ ਆਪਣੀ ਇੱਕ ਮੁਹਾਰਤ ਰੱਖਦੇ ਆ। ਸਾਰੇ ਮਹਿਮਾਨਾਂ ਨੂੰ ਜਿਹੜੇ ਸਾਡੇ ਸਟੂਡੀਓ 'ਚ ਆਏ ਹੈ ਉਹਨਾਂ ਨੂੰ ਮੈਂ ਸਵਾਗਤ ਕਰਦਾ ਹਾਂ, ਜੀ ਆਖਦਾ। ਪਹਿਲਾ ਸਵਾਲ ਡਾਕਟਰ ਸਹੋਤਾ ਮੈਂ ਤੁਹਾਡੇ ਤੋਂ ਲੈਣ ਲੱਗਿਆ, ਜਿਸ ਮੁੱਦੇ 'ਤੇ ਆਪਾਂ ਚਰਚਾ ਕਰ ਰਹੇ ਹਾਂ, ਗੱਲ ਕਰ ਰਹੇ ਹਾਂ। ਦੇਖੋ, ਆਪਾਂ ਬੀਬੀ ਜਗੀਰ ਕੌਰ ਦੇ ਕਮੈਂਟਸ ਵੀ ਸੁਣੇ ਆ ਕਿ ਆਖਰਕਾਰ ਚਾਹੇ ਜਗਮੀਤ ਬਰਾੜ ਦੀ ਗੱਲ ਕਰ ਲਈਏ, ਇਸੇ ਤਰੀਕੇ ਨਾਲ ਜਿਹੜਾ ਹੈਗਾ ਬੀਬੀ ਜਗੀਰ ਕੌਰ ਦੀ ਗੱਲ ਕਰ ਲਈਏ, ਇਆਲੀ ਦੀ ਗੱਲ ਕਰ ਲਈਏ, ਢੀਂਡਸਾ ਦੀ ਗੱਲ ਕਰ ਲਈਏ, ਦੂਜੇ ਆਗੂਆਂ ਦੀਆਂ ਗੱਲਾਂ ਕਰ ਲਈਏ, ਜਿਹੜੇ ਵੀ ਪੰਥਕ ਏਕੇ ਦੀ ਗੱਲ ਕਰਦੇ ਆ, ਸਮਝਿਆ ਜਾਂਦਾ ਸੁਖਬੀਰ ਬਾਦਲ ਜਾਂ ਉਹਨਾਂ ਦੀ ਜਿਹੜੀ ਲੀਡਰਸ਼ਿਪ ਵੱਲੋਂ ਹੈ
ਕਿ ਪਾਰਟੀ ਦੇ ਅੰਦਰ ਬਗਾਵਤ ਦੀਆਂ ਸੁਰਾਂ ਹੈ। ਕੀ ਲੱਗਦਾ ਹੈ ਕਿ ਹੁਣ ਜਿਹੜਾ ਐਦਾਂ ਦੀ ਧਿਰ ਇਕੱਠੀ ਹੋ ਰਹੀ ਹੈ, ਇੱਕ ਪਲੇਟਫਾਰਮ ਬਣ ਰਿਹਾ ਪੰਥ ਨੂੰ ਸਿੱਧੇ ਰਾਹ ਤੇ ਲਿਆਉਣ ਲਈ ਜਾਂ ਇੱਕ ਮੁਹੱਈਆ ਕਰਨ ਦੇ ਲਈ ਪਲੇਟਫਾਰਮ? ਸਿੱਧੂ ਸਾਹਿਬ, ਬੜਾ ਬਾਖੂਬ ਤੁਹਾਡਾ ਸਵਾਲ ਹੈ ਔਰ ਅੱਜ ਦੀ ਇਹ ਜ਼ਰੂਰਤ ਵੀ ਹੈਗੀ ਹੈ। ਮੈਂ ਗੁਰੂ ਸਾਹਿਬ ਦਾ ਸ਼ਬਦ ਜ਼ਰੂਰ ਸ਼ੁਰੂਆਤ 'ਚ ਕਵਾਂਗੀ, ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨਾ ਭਾਵਈ, ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵਈ, ਕੁੜਿਆੜੀ ਰੱਜੇ ਕੂੜ ਜਿਉਂ ਵਿਸ਼ਟਾ ਕਾਗ ਖਾਵਈ। ਸੱਚ ਬੋਲਣਾ ਅੱਜ ਇਸ ਧਰਤੀ ਤੇ ਕਹਿ ਲਓ ਜਿਵੇਂ ਪਾਪ ਹੀ ਹੋ ਗਿਆ, ਜਾਂ ਇਉਂ ਕਹਿ ਲਓ ਕਿ ਜਦ ਤੱਕ ਤਾਂ ਤੁਹਾਡੀ ਹਾਂ 'ਚ ਹਾਂ ਮਿਲਾ ਰਹੇ ਹਾਂ, ਆਪਣੀ ਜ਼ਮੀਰ ਨੂੰ ਦਬਾ ਕੇ ਆਪਣੀ ਜ਼ਮੀਰ ਦੀ ਆਵਾਜ਼ ਤੇ ਗੱਲ ਨਾ ਕਰੋ, ਭਾਵੇਂ ਰੋਣਾ ਵੀ ਆਵੇ ਤੁਹਾਡੇ ਮੁੱਦਿਆਂ ਤੇ ਹੱਸਦੇ ਆਪਣੇ ਦੰਦ ਕੱਢ ਕੇ ਦਿਖਾਓ। ਅਗਰ ਤਾਂ ਇਹੋ ਜਿਹੀ ਸਥਿਤੀ ਵਿੱਚ ਚੱਲਣਾ ਹੈਗਾ, ਫਿਰ ਤਾਂ ਮੇਰਾ ਖਿਆਲ ਹੈ ਉਹਦੇ ਨਾਲ ਘਰ ਬੈਠਣਾ ਬਿਹਤਰ ਹੋਏਗਾ। ਮੈਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੀ ਹਾਂ ਆਪਣੀ ਵੱਲੋਂ ਕਿ ਅਗਰ ਜੇ ਤੁਹਾਡੇ ਵਿੱਚ ਇੰਨੀ ਹੀ ਆਤਮਾ ਦੀ ਆਵਾਜ਼ ਤੇ ਗੱਲ ਕਰਨ ਦੀ ਜੁਰਤ ਨਹੀਂ ਹੈਗੀ ਤੇ ਤੁਸੀਂ ਆਪਣੇ ਆਪ ਨੂੰ ਪੰਥਕ ਹੋਣ ਦਾ ਮਿਹਰਬਾਨੀ ਕਰਕੇ ਨਾਮ ਨਾ ਦਿਓ। ਗੁਰੂ ਸਾਹਿਬ ਨੇ ਅਵਚਲ ਨੀਮ ਧਰਾਈ ਸਤਗੁਰ ਕਬਹੂ ਡੋਲਤ ਨਹੀਂ। ਇਹ ਡੋਲਣ ਵਾਲੀ ਨੀਂਹ ਨਹੀਂ ਹੈਗੀ, ਇਹ ਤੁਹਾਡੇ ਚੱਕਿਆਂ ਚੱਕ ਨਹੀਂ ਹੋਣੀ, ਤੁਹਾਡਾ ਗਿਰਾਇਆ ਗਿਰ ਨਹੀਂ ਜਾਣੀ। ਲੇਕਿਨ ਆਫ ਕੋਰਸ ਜੇ ਜ਼ਰੂਰਤ ਜਿਹੜੇ ਨੇਤਾ ਜਾਂ ਆਗੂ ਜਾਂ ਜਿਨ੍ਹਾਂ ਦੀ ਸੁੱਤੀ ਆਤਮਾ ਮੈਂ ਕਹੂੰਗੀ ਜਾਗੀ ਹੈ, ਇਹ ਉਹ ਲੀਡਰ ਸਾਹਿਬਾਨ ਨੇ, ਮੈਂ ਇਸ ਮੰਚ ਤੋਂ ਕਹਿਣ ਦੀ ਗੁਸਤਾਖੀ ਕਰ ਰਹੀ ਹਾਂ, ਜਿਨ੍ਹਾਂ ਨੇ ਪੈਰਾਂ ਵਿੱਚ ਪੈਰ ਧਰਿਆ, ਹਾਂ 'ਚ ਹਾਂ ਮਿਲਾਈ, ਉਹ ਅੱਜ ਉਸ ਦਾ ਉਹਨਾਂ ਨੇ ਖਮਿਆਜ਼ਾ ਭੁਗਤਿਆ। ਆਖਰ ਜਿਵੇਂ ਕਹਿੰਦੇ ਨੇ ਸਾਇੰਟੀਫਿਕ ਜਿਹੜਾ ਪ੍ਰਿੰਸੀਪਲ ਹੈਗਾ ਕਿ ਜਿੰਨਾ ਤੁਸੀਂ ਦਬਾਓਗੇ ਓਨਾ ਹੀ ਚੀਜ਼ ਜਿਹੜੀ ਆ ਉੱਪਰ ਉੱਭਰਦੀ ਹੈਗੀ ਆ। ਇਸ ਕਰਕੇ ਜੇ ਅਗਰ ਅੱਜ ਉੱਭਰੀ ਹੈ ਤਾਂ ਮੈਂ ਥੈਂਕਫੁਲ ਹਾਂ ਔਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਸ਼ੁਕਰ ਹੈ ਕਿਤੇ ਮੋੜਾ ਪਿਆ। ਕਿਸੇ ਦੇ ਪੰਥ ਜੇਬ 'ਚ ਨਹੀਂ ਪਾਇਆ ਜਾ ਸਕਦਾ ਸਿੱਧੂ ਸਾਹਿਬ। ਪੰਥਕ ਨੀਹਾਂ ਬੜੀਆਂ ਮਜ਼ਬੂਤ ਨੇ, ਇੰਨੀਆਂ ਗਹਿਰੀਆਂ ਨੇ, ਸ਼ਹੀਦਾਂ ਦੇ ਖੂਨਾਂ ਨਾਲ ਸਿੰਜੀਆਂ ਹੋਈ ਇਹ ਜਮਾਤ ਹੈਗੀ ਆ। ਇਸ ਨੂੰ ਹਿਲਾਉਣ ਵਾਲਾ ਨਾ ਕੋਈ ਜੰਮਿਆ ਨਾ ਕੋਈ ਜੰਮੇਗਾ, ਨਾ ਇਸ ਨੂੰ ਕੋਈ ਖਤਮ ਕਰ ਸਕਦਾ। ਗੁਰੂ ਸਾਹਿਬ ਨੇ ਤਾਂ ਇੱਕ ਦਾ ਹੀ ਸੋਕਾ ਦਿੱਤਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਵਿਊ ਪੁਆਇੰਟ ਇਸ ਮੁੱਦੇ ਤੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਜ਼ਰੂਰਤ ਹੈਗੀ ਹੈ। ਵਰਿੰਦਰ ਜੀ, ਇਸੇ ਮਾਮਲੇ ਤੇ ਮੈਂ ਤੁਹਾਡੇ ਤੋਂ ਵੀ ਸਵਾਲ ਲੈ ਰਿਹਾ। ਪੰਥਕ ਤਰ੍ਹਾਂ ਦੀ ਗੱਲ ਜਗਮੀਤ ਬਰਾੜ ਨੇ ਹੋਕਾ ਦਿੱਤਾ ਹੈ, ਇਸੇ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਉਹਨਾਂ ਨੇ ਵੀ ਆਪਾਂ ਕਮੈਂਟ ਸੁਣਿਆ ਜੋ ਉਹਨਾਂ ਨੇ ਗੱਲ ਕਹੀ ਹੈ। ਹੋਰ ਆਗੂਆਂ ਦੀ ਗੱਲ ਵੀ ਕਰ ਲਈਏ। ਕੀ ਲੱਗਦਾ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਇਸ ਵੇਲੇ ਹਾਸ਼ੀਏ ਤੇ ਚੱਲਿਆ ਗਿਆ, ਆਪਾਂ ਬਾਰ-ਬਾਰ ਉਹਨਾਂ ਮੁੱਦਿਆਂ ਤੇ ਬੜੀਆਂ ਡਿਬੇਟਾਂ ਕੀਤੀਆਂ ਕਿ 3 ਜਿਹੜੇ ਹੈਗੇ ਆ ਵਿਧਾਨ ਸਭਾ 'ਚ ਮੈਂਬਰ ਰਹਿ ਗਏ ਆ, ਇੱਦਾਂ ਹੀ ਚਾਹੇ ਪਾਰਲੀਮੈਂਟ ਦੀ ਇਲੈਕਸ਼ਨ ਦੀ ਗੱਲ ਕਰ ਲਈਏ, ਇਹਨਾਂ ਮੁੱਦਿਆਂ ਤੇ ਨਵੇਂ ਸਿਰੇ ਤੋਂ ਅਕਾਲੀ ਦਲ ਦੇ ਅੰਦਰੋਂ ਹੀ ਇੱਕ ਆਵਾਜ਼ ਉੱਠ ਰਿਹਾ ਕਿ ਪੰਥਕ ਹਿੱਤਾਂ ਦੇ ਲਈ ਕਿਉਂ ਨਾ ਇੱਕ ਮਜ਼ਬੂਤ ਲੀਡਰਸ਼ਿਪ ਉਭਾਰੀ ਜਾਵੇ। ਤੇ ਜਿਹੜੀ ਸਿੱਧੇ ਤੌਰ ਤੇ ਸੁਖਬੀਰ ਬਾਦਲ ਨੂੰ ਲੱਗਦਾ ਕਿ ਉਹਨਾਂ ਲਈ ਵੱਡੀ ਚੁਣੌਤੀ ਹੈ ਇਹ। ਬਿਲਕੁਲ ਸਿੱਧੂ ਸਾਹਿਬ, ਜਿਵੇਂ ਬੀਬੀ ਜੀ ਨੇ ਗੱਲ ਕੀਤੀ ਹੈ, ਮੈਂ ਉਸ ਤੋਂ ਅੱਗੇ ਗੱਲ ਥੋੜ੍ਹੀ ਜਿਹੀ ਤੋਰਦਾ ਕਿ ਪ੍ਰੋਬਲਮ ਜਿਹੜੀ ਹੈ, ਜਿਵੇਂ ਇੱਕ ਦੋ ਡਿਬੇਟਾਂ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਬੁਲਾਰੇ ਹੈਗੇ, ਬਾਦਲ ਸਾਹਿਬ ਦੇ ਬੁਲਾਰੇ, ਉਹਨਾਂ ਦੇ ਮੂੰਹੋਂ ਇਹ ਗੱਲ ਨਿਕਲੀ ਕਿ ਅਕਾਲੀ ਪੰਥ ਨੂੰ ਗ੍ਰਹਿਣ ਲੱਗਿਆ ਜਾਂ ਅਕਾਲੀ ਦਲ ਨੂੰ ਗ੍ਰਹਿਣ ਲੱਗਿਆ, ਤੇ ਉਹ ਜਿਹੜਾ ਗ੍ਰਹਿਣ ਹੈਗਾ ਉਹ ਐਕਚੁਅਲੀ ਬਾਦਲ ਕਲੈਨ ਦਾ ਗ੍ਰਹਿਣ ਲੱਗਿਆ ਹੋਇਆ, ਤੇ ਜਦੋਂ ਤੱਕ ਉਹ ਗ੍ਰਹਿਣ ਜਿਹੜਾ ਹਟੇਗਾ ਨਹੀਂ ਉਦੋਂ ਤੱਕ ਮੁੜ ਕੇ ਬਹਾਲੀ ਨਹੀਂ ਹੋਏਗੀ। ਤੇ ਜਿਹੜੇ ਅੱਜ ਲੀਡਰ ਇਹ ਬੋਲ ਰਹੇ ਹੈ, ਇਹਨਾਂ ਨੇ ਐਕਚੁਅਲੀ ਤਾਂ ਹਕੀਕਤ ਦੇ ਵਿੱਚ ਦੇਖਿਆ ਜਾਵੇ ਤਾਂ ਇਹਨਾਂ ਨੇ ਬਾਦਲ ਫੈਮਿਲੀ ਦੀ ਲੀਡਰਸ਼ਿਪ ਨੂੰ ਲੰਬੇ ਸਮੇਂ ਤੋਂ ਢਹਿੰਦੀ ਕਲਾ ਵਿੱਚ ਜਾਂਦੇ ਦੇਖਿਆ, ਤੇ ਜਦੋਂ ਲੋਕਾਂ ਦੀ ਵੋਟ ਹੀ ਨਹੀਂ ਮਿਲ ਰਹੀ, ਲੋਕ ਇਹਨਾਂ ਦੇ ਨਾਲ ਹੁੰਗਾਰਾ ਹੀ ਨਹੀਂ ਭਰ ਰਹੇ, ਤੇ ਆਖਰ ਤਾਂ ਇਹ ਲੋਕ ਪੋਲੀਟੀਕਲ ਫੀਲਡ ਦੇ ਵਿੱਚ ਪਬਲਿਕ ਦੀ ਵੋਟ ਲੈਣ ਲਈ ਘੁੰਮ ਰਹੇ ਹੈ। ਜਦੋਂ ਲੋਕ ਵੋਟ ਹੀ ਨਹੀਂ ਪਾ ਰਹੇ ਤੇ ਇਹਨਾਂ ਨੂੰ ਆਪਣਾ ਰਾਹ ਹੋਰ ਨਵਾਂ ਅਖਤਿਆਰ ਕਰਨਾ ਪੈਣਾ ਹੈ। ਤੇ ਉਸੇ ਦੇ ਵਿੱਚੋਂ ਝੁੰਦਾ ਕਮੇਟੀ ਦੀ ਰਿਪੋਰਟ ਨਿਕਲੀ ਹੈ। ਹੁਣ ਜੇ ਬਾਦਲ ਕਲੈਨ ਨੇ ਝੁੰਦਾ ਕਮੇਟੀ ਦੀ ਰਿਪੋਰਟ ਨੂੰ ਵੀ ਮੈਨੇਜ ਕਰਕੇ ਕਿਸੇ ਤਰੀਕੇ ਨਾਲ ਉਹਨੂੰ ਵੀ ਠੰਡੇ ਬਸਤੇ 'ਚ ਪਾ ਕੇ ਆਪਣਾ ਗਲਬਾ ਜਿਹੜਾ ਕਾਇਮ ਰੱਖਿਆ ਹੋਇਆ, ਤੇ ਅਖੀਰ ਦੇ ਵਿੱਚ ਤਾਂ ਜਿਨ੍ਹਾਂ ਲੋਕਾਂ ਨੂੰ ਵੋਟ ਨਹੀਂ ਮਿਲ ਰਹੀ, ਜਾਂ ਤਾਂ ਉਹ ਘਰ ਬੈਠਣਗੇ, ਸੰਨਿਆਸ ਲੈ ਲੈਣਗੇ ਸਾਰੇ ਚੀਜ਼ ਕੋਲੋਂ, ਜਾਂ ਫਿਰ ਉਹਨਾਂ ਨੂੰ ਕੋਈ ਨਾ ਕੋਈ ਰਾਹ ਆਪਣਾ ਅਖਤਿਆਰ ਕਰਨਾ ਪਏਗਾ। ਤੇ ਇਹ ਜਿਹੜੀ ਹੁਣ ਕਾਫਲਾ ਇੱਕ ਤੁਰਿਆ ਹੈ, ਇਹ ਦਿਨੋਂ ਦਿਨ ਜਿਹੜਾ ਲੰਬਾ ਹੁੰਦਾ ਜਾ ਰਿਹਾ, ਇਹ ਅਸੀਂ ਦੇਖਾਂਗੇ ਕਿ ਇਹ
ਜੇਕਰ ਇਹ ਵਾਪਸ ਪੋਲਿਟਿਕਸ ਦੇ ਵਿੱਚ ਰਹਿਣਾ ਚਾਹੁੰਦੇ ਆ ਤੇ ਇਹਨਾਂ ਨੂੰ ਕੁਝ ਨਾ ਕੁਝ ਨਵਾਂ ਆਪਣਾ ਰਸਤਾ ਅਪਣਾਉਣਾ ਪੈਣਾ ਹੈ। ਤੇ ਹੈਰਾਨੀ ਦੀ ਗੱਲ ਤਾਂ ਇਹ ਹੋ ਰਹੀ ਹੈ ਕਿ ਜਿਵੇਂ ਜਗਮੀਤ ਬਰਾੜ ਜੀ ਨੇ ਨਾਮ ਲਿੱਤੇ ਹੈ, ਜਿਹਦੇ ਵਿੱਚ ਵੱਡੇ ਵੱਡੇ ਜਿਹੜੇ ਕਿ ਬਾਦਲ ਫੈਮਿਲੀ ਦੇ ਨਾਲ ਜੁੜੇ ਹੋਏ ਬੰਦੇ ਵੀ ਉਹਨਾਂ ਨੇ ਗਿਣੇ ਹੈਗੇ ਆ। ਖਾਸ ਕਰਕੇ ਮੈਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਗੱਲ ਕਰਾਂਗਾ। ਜੇ ਉਹ ਨਹੀਂ ਬੋਲਦੇ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਜੇ ਵੀ ਚੁੱਪੀ ਵੱਟ ਕੇ ਬੈਠੇ ਆ, ਉਹ ਪੱਤੇ ਨਹੀਂ ਖੋਲ ਰਹੇ ਕਿ ਵੀ ਉਹ ਵਾਕਈ ਸੁਖਬੀਰ ਬਾਦਲ ਦੇ ਨਾਲ ਹੈਗੇ ਆ ਜਾਂ ਉਹ ਬਾਗੀ ਹੋ ਗਏ ਆ ਤੇ ਉਹ ਵੀ ਨਵਾਂ ਰੁਖ ਅਖਤਿਆਰ ਕਰਨਾ ਚਾਹੁੰਦੇ ਆ। ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਲੀਅਰ ਹੋਏਗੀ ਕਿ ਸੁਖਬੀਰ ਬਾਦਲ ਦੇ ਨਾਲ ਰਹਿ ਕਿੰਨੇ ਕੁ ਬੰਦੇ ਜਾਣਗੇ। ਮੈਨੂੰ ਜਾਪਦਾ ਹੈ ਕਿ ਵੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਬਾਦਲ ਅਕਾਲੀ ਦਲ ਦੀ ਜਗ੍ਹਾ ਆਪਾਂ ਮਜੀਠੀਆ ਅਕਾਲੀ ਦਲ ਨਾਲ ਦੇਖੀਏ ਕਿ ਨਵਾਂ ਅਕਾਲੀ ਦਲ ਬਣ ਗਿਆ ਜਿਹਦਾ ਨਾਮ ਮਜੀਠੀਆ ਅਕਾਲੀ ਦਲ ਹੋ ਗਿਆ। ਸੋ ਇਹ ਵੱਡੀ ਅਚੰਭੇ ਵਾਲੀ ਗੱਲ ਨਹੀਂ ਹੋਏਗੀ। ਜੀ, ਤੁਹਾਡਾ ਆਪਣਾ ਵਿਊ ਪੁਆਇੰਟ ਹੈ ਕਿ ਬਾਦਲ ਅਕਾਲੀ ਦਲ ਰਹਿੰਦਾ ਜਾਂ ਮਜੀਠੀਆ ਅਕਾਲੀ ਦਲ। ਰਿਆੜ ਸਾਹਿਬ, ਇਸੇ ਮਾਮਲੇ ਤੇ ਤੁਸੀਂ ਵੀ ਅਕਾਲੀ ਦਲ ਦੀ ਲੰਬਾ ਸਮਾਂ ਨੁਮਾਇੰਦਗੀ ਕਰਦੇ ਰਹੇ ਹੋ। ਜਦੋਂ ਮੈਂ ਹਮੇਸ਼ਾ ਕਹਿਣਾ ਹੈ ਕਿ ਜਦੋਂ ਦੇ ਅਸੀਂ ਚੰਡੀਗੜ੍ਹ 'ਚ ਵਿਚਰਦੇ ਹਾਂ, ਅਸੀਂ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ, ਸੇਵਾ ਵਜੋਂ ਜਾਣਦੇ ਹਾਂ। ਰਿਆੜ ਸਾਹਿਬ, ਵੱਡਾ ਸਵਾਲ ਹੈਗਾ ਇਸ ਮੁੱਦੇ ਤੇ। ਤੁਸੀਂ ਵੀ ਇਹਨਾਂ ਮੁੱਦਿਆਂ ਤੇ ਵੱਖਰੇ ਤੌਰ ਤੇ ਆਪਣਾ ਸਟੈਂਡ ਲਿਆ, ਪਰ ਲੱਗਦਾ ਹੈ ਕਿ ਹੁਣ ਹੋਰ ਵੀ ਅਕਾਲੀ ਦਲ ਦੇ ਅੰਦਰੋਂ ਆਗੂ ਜਿਹੜੇ ਹੈਗੇ ਵੱਖਰੇ ਤੌਰ ਤੇ ਆਪਣੇ ਵਿਚਾਰ ਰੱਖਦੇ ਹੋਏ ਵੀ ਚੁਣੌਤੀਆਂ ਦੇ ਰਹੇ ਹੈ। ਤੁਹਾਨੂੰ ਲੱਗਦਾ ਕਿ ਜ਼ਰੂਰਤ ਹੈ ਸਮੇਂ ਦੀ, ਜਿਹੜੇ ਆਗੂਆਂ ਨੇ ਨਬਜ਼ ਪਛਾਣੀ ਅਕਾਲੀ ਆਗੂਆਂ ਨੇ, ਕਿ ਇਸ ਮੁੱਦੇ ਤੇ ਕੋਈ ਨਾ ਕੋਈ ਪਲੇਟਫਾਰਮ ਬਣਨਾ ਚਾਹੀਦਾ ਹੈ ਤਾਂ ਕਿ ਪਾਰਟੀ ਨੂੰ ਬਚਾਇਆ ਜਾ ਸਕੇ। ਇਸ ਕੋਸ਼ਿਸ਼ ਨੂੰ, ਇਸ ਐਫਰਟਸ ਨੂੰ ਕਿਵੇਂ ਦੇਖਦੇ ਹੋ? ਸਿੱਧੂ ਸਾਹਿਬ, ਮੈਨੂੰ 1982 ਤੋਂ ਪਹਿਲਾਂ ਦਾ ਨਹੀਂ ਪਤਾ, ਕਿਉਂਕਿ ਮੈਂ ਸ਼੍ਰੋਮਣੀ ਅਕਾਲੀ ਦਲ ਨਾਲ 1982 ਤੋਂ ਜੁੜਿਆ ਔਰ 1982 ਤੋਂ ਲੈ ਕੇ ਅੱਜ ਦੇ ਤਰੀਕ ਤੱਕ ਵੱਡੀਆਂ ਬਗਾਵਤਾਂ ਹੋਈਆਂ। ਸਭ ਤੋਂ ਪਹਿਲੀ ਬਗਾਵਤ ਸੰਤ ਲੌਂਗੋਵਾਲ, ਬਰਨਾਲਾ ਸਾਹਿਬ ਤੇ ਸਰਦਾਰ ਬਲਵੰਤ ਸਿੰਘ ਨੇ ਕੀਤੀ ਔਰ ਉਹਦੇ ਏਬਜ਼ ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤਾ ਜਿਹੜਾ ਹੈ ਉਹ ਕਰਵਾ ਕੇ ਲਿਆਏ, ਜਿਸ ਨੂੰ ਕਾਂਗਰਸ ਦੇ ਪ੍ਰਧਾਨ ਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਨੇ ਪਾਸ ਕੀਤਾ ਔਰ ਲੋਕ ਸਭਾ ਦੇ ਵਿੱਚ ਇਹਨੂੰ ਪਾਸ ਕਰਵਾਇਆ। ਉਹ ਸਮਝੌਤਾ ਜਿਹੜਾ ਹੈਗਾ ਅੱਜ ਤੱਕ ਅਕਾਲੀ ਦਲ ਜਿਹੜਾ ਲਾਗੂ ਨਹੀਂ ਕਰਾ ਸਕਿਆ। ਦੂਜੀ ਬਗਾਵਤ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਵੱਲੋਂ ਹੋਈ ਔਰ ਉਹ ਬਗਾਵਤ ਦੇ ਵਿੱਚ ਪਹਿਲਾਂ ਵੀ ਜਿਹੜੀਆਂ ਹੈਗੀਆਂ, ਬਰਨਾਲਾ ਵੇਲੇ ਵੀ ਜਦੋਂ ਬਰਨਾਲਾ ਸਾਹਿਬ ਮਿਨਿਸਟਰ ਬਣੇ ਨੇ, ਉਸ ਵੇਲੇ ਵੀ ਜਦੋਂ ਇਹ ਸਮਝੌਤਾ ਲਾਗੂ ਨਹੀਂ ਹੋਇਆ ਤੇ ਮਿਨਿਸਟਰੀਆਂ ਜਿਹੜੀਆਂ ਨੇ, ਸਾਡੇ ਜਿਹੜੇ ਮਤਲਬ ਜਿਹੜੇ ਜਿਨ੍ਹਾਂ ਦੇ ਅੰਦਰ ਮਾੜੀ ਮੋਟੀ ਅਣਖ ਸੀ, ਉਹਨਾਂ ਨੇ ਵਜ਼ੀਰੀਆਂ ਛੱਡੀਆਂ ਔਰ ਬਰਨਾਲਾ ਸਾਹਿਬ ਲਈ ਇੱਕ ਬੜਾ ਵੱਡਾ ਜਿਹੜਾ ਨਾ ਜੀ ਉਹ ਸੰਕਟ ਖੜਾ ਕਰ ਦਿੱਤਾ ਜੀ। ਉਸ ਤੋਂ ਬਾਅਦ ਟੌੜਾ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਪਾਰਟੀ ਦੇ ਵਿੱਚ ਪ੍ਰਧਾਨ ਤੇ ਮੁੱਖ ਮੰਤਰੀ ਇੱਕ ਨਹੀਂ ਹੋਣਾ ਚਾਹੀਦਾ, ਉਹ ਵੱਖਰੇ ਹੋਣੇ ਚਾਹੀਦੇ ਆ। ਬਾਦਲ ਸਾਹਿਬ ਜਿਹਨੂੰ ਮਰਜ਼ੀ ਆ ਆਪਣੇ ਕਿਸੇ ਖੈਰ ਖਵਾਹ ਨੂੰ ਜਿਹੜਾ ਹੈਗਾ ਬੇਸ਼ੱਕ ਪ੍ਰਧਾਨ ਬਣਾ ਦੇਣ, ਲੇਕਿਨ ਪ੍ਰਧਾਨ ਵੱਖਰਾ ਹੋਣਾ ਚਾਹੀਦਾ ਤੇ ਮੁੱਖ ਮੰਤਰੀ ਵੱਖਰਾ ਹੋਣਾ ਚਾਹੀਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੋ ਟੌੜਾ ਸਾਹਿਬ ਦੇ ਜਿੰਨੇ ਵੀ ਵਜ਼ੀਰ ਸਨ, ਉਹਨਾਂ ਦੇ ਦਲ ਦੇ ਜਾਂ ਉਹਨਾਂ ਦੇ ਜਿਹੜੇ ਹੈਗੇ ਸੀਗੇ ਸਹਿਯੋਗੀ, ਉਹਨਾਂ ਨੇ ਅਸਤੀਫਾ ਦਿੱਤਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਟੌੜਾ ਸਾਹਿਬ ਨੂੰ ਮੁੜ ਕੇ ਇਸੇ ਅਕਾਲੀ ਦਲ ਦੇ ਵਿੱਚ ਆਉਣਾ ਪਿਆ। ਪ੍ਰੇਮ ਸਿੰਘ ਚੰਦੂ ਮਾਜਰੇ ਨੇ ਬਗਾਵਤ ਕੀਤੀ ਔਰ ਫਿਰ ਇਸੇ ਹੀ ਅਕਾਲੀ ਦਲ ਦੇ ਵਿੱਚ ਅੱਜ ਅਗਲੀਆਂ ਸਭਾ ਦੇ ਵਿੱਚ ਆ, ਕਿਉਂਕਿ ਇਹਨਾਂ ਦਾ ਕਿਰਦਾਰ ਨਹੀਂ ਹੈ। ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਜਿਹੜੀ ਹੈਗੀ ਆ ਬਗਾਵਤ ਕੀਤੀ। ਇਸੇ ਤਰ੍ਹਾਂ ਜਿਹੜਾ ਹੈਗਾ ਬਹੁਤ ਸਾਰੀਆਂ ਬਗਾਵਤਾਂ ਜਿਹੜੀਆਂ ਮੈਂ ਗਿਣਾ ਸਕਦਾ ਜਿਹੜੀਆਂ ਇਸ ਅਕਾਲੀ ਦਲ ਦੇ ਵਿੱਚ ਹੋਈਆਂ ਔਰ ਅਕਾਲੀ ਦਲ ਜਿਹੜਾ ਹੈਗਾ ਇਹਨਾਂ ਬਰਦਾਸ਼ਤ ਦਬਾਉਂਦਾ ਰਿਹਾ, ਕਿਉਂਕਿ ਅਕਾਲੀ ਦਲ ਅਸੂਲ ਦੇ ਉੱਤੇ ਕਦੇ ਨਹੀਂ ਖੜਾ। ਬੇਅਸੂਲਾ ਅਕਾਲੀ ਦਲ ਹੈ। ਇਹਨੇ ਕਦੀ ਸੰਵਿਧਾਨ ਦੀ ਗੱਲ ਹੀ ਨਹੀਂ ਕੀਤੀ, ਇਹਨੇ ਕਦੀ ਸਿੱਖਾਂ ਦੀ ਗੱਲ ਹੀ ਨਹੀਂ ਕੀਤੀ, ਇਹਨੇ ਕਦੀ ਪੰਥ ਦੀ ਗੱਲ ਹੀ ਨਹੀਂ ਕੀਤੀ, ਕਦੀ ਪੰਜਾਬ ਦੀ ਗੱਲ ਹੀ ਨਹੀਂ ਕੀਤੀ। ਇਹ ਤੇ ਕਹਿੰਦੇ ਨੇ ਕਿ ਸਾਡੇ ਕੋਲ ਅਕਾਲੀ ਦਲ ਹੋਣਾ ਚਾਹੀਦਾ, ਸਾਡੇ ਕੋਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣੀ ਚਾਹੀਦੀ ਆ, ਸਾਡੇ ਕੋਲ ਅੰਮ੍ਰਿਤਸਰ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣੀ ਚਾਹੀਦੀ ਆ, ਸਾਡੇ ਕੋਲ ਇਸਤਰੀ ਅਕਾਲੀ ਦਲ ਹੋਣਾ ਚਾਹੀਦਾ। ਔਰ ਜਿਹੜੇ ਉਹ ਲੋਕ ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਨਹੀਂ ਹੈ, ਉਹਨਾਂ ਨੂੰ ਇਹ ਅਕਾਲੀ ਦਲ ਦੇ ਵਿੱਚ ਸਾਰੇ ਅਹੁਦੇ ਦਿੰਦੇ ਨੇ। ਰਿਆੜ ਸਾਹਿਬ, ਮੈਂ ਇੱਕ ਸਵਾਲ, ਰਿਆੜ ਸਾਹਿਬ ਇੱਕ ਮੇਰੀ ਬੇਨਤੀ ਹੈ, ਇੱਕ ਸਵਾਲ ਜ਼ਰੂਰ ਲੈਣਾ ਚਾਹਾਂਗਾ। ਤੁਸੀਂ ਬਗਾਵਤ ਦਾ ਜ਼ਿਕਰ ਕੀਤਾ, ਟੌੜਾ ਸਾਹਿਬ ਦੀ ਗੱਲ ਕੀਤੀ ਹੈ, ਦੂਜੇ ਆਗੂਆਂ ਦੀ ਗੱਲ ਕੀਤੀ ਹੈ। ਜਦੋਂ ਹੁਣ ਜਗਮੀਤ ਬਰਾੜ ਤੇ ਬੀਬੀ ਜਗੀਰ ਕੌਰ ਵੀ ਇਸ ਮੁੱਦੇ ਤੇ ਗੱਲ ਕਰਦੇ ਆ, ਤਾਂ ਅਕਾਲੀ ਦਲ ਦਾ ਹੁਣ ਵੀ ਕਹਿਣਾ ਹੈ ਕਿ ਇਹਨਾਂ ਮਾਮਲਿਆਂ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਜਿਹੜੇ ਆਗੂ ਇਦਾਂ ਦੀ ਗੱਲ ਕਰਦੇ ਆ, ਜਗਮੀਤ ਬਰਾੜ ਆ ਜਾਂ ਦੂਜੇ ਆ, ਉਹਨਾਂ ਦੇ ਅੱਲੇ ਪੱਲੇ ਕੁਝ ਨਹੀਂ। ਉਹਨਾਂ ਦਾ ਕਹਿਣਾ ਕਿ ਜਿਹੜੇ ਬਗਾਵਤ ਕਰਦੇ ਆ ਉਹਨਾਂ ਨਾਲ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੇ ਨਾ ਹੀ ਪਾਰਟੀ ਦੇ ਕੋਈ ਨੇਤਾ ਉਹਨਾਂ ਨਾਲ ਤੁਰਦੇ ਆ।
ਇਸ ਕਰਕੇ ਵੀ ਸੁਖਬੀਰ ਬਾਦਲ ਹੁਣੀ ਕਹਿੰਦੇ ਕਿ ਪ੍ਰਧਾਨ ਬਣੇ ਹੋਏ ਆ, ਕਿਉਂਕਿ ਉਹਨਾਂ ਨੂੰ ਹਮਾਇਤ ਮਿਲਦੀ ਆ ਪਾਰਟੀ ਦੇ ਅੰਦਰੋਂ। ਸਿੱਧੂ ਸਾਹਿਬ, ਜੇ ਮੈਂ ਕਿਹਾ ਵੀ ਇਹ ਬੇਅਸੂਲੀ ਆ, ਹੁਣ ਤੁਸੀਂ ਦੇਖੋ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਅਸੀਂ ਸਾਰਾ ਢਾਂਚਾ ਭੰਗ ਕਰ ਦਿੱਤਾ ਹੈ, ਅਸੀਂ ਪਿੰਡ ਲੈਵਲ ਤੋਂ ਬਲਾਕ ਲੈਵਲ, ਫਿਰ ਆਪਣਾ ਜਿਹੜਾ ਹੈਗਾ ਜੀ ਤਹਿਸੀਲ ਲੈਵਲ, ਜ਼ਿਲ੍ਹਾ ਲੈਵਲ, ਫਿਰ ਕਮਿਸ਼ਨਰੀ ਲੈਵਲ, ਫਿਰ ਜਾ ਕੇ ਸਟੇਟ ਦਾ ਜਿਹੜਾ ਹੈਗਾ ਜੀ। ਉਹ ਬਣਾਵਾਂਗੇ। ਲੇਕਿਨ ਕਿਸੇ ਜਗ੍ਹਾ ਦੇ ਉੱਤੇ ਭਾਈ ਸਾਹਿਬ ਜੀ ਮੈਂਬਰਸ਼ਿਪ ਨਹੀਂ ਆਈ, ਕਿਸੇ ਜਗ੍ਹਾ ਦੇ ਉੱਤੇ ਕੋਈ ਭਾਈ ਸਾਹਿਬ ਜੀ ਜਿਹੜਾ ਇਹੋ ਜਿਹੀ ਚੋਣ ਨਹੀਂ ਹੋਈ, ਤੇ ਉਹਨਾਂ ਨੇ ਸਾਰੀਆਂ ਕਮੇਟੀਆਂ ਜਿਹੜੀਆਂ ਬਣਾ ਲਈਆਂ ਨੇ। ਜੀ, ਮਿਹਰਬਾਨੀ। ਤੁਸੀਂ ਦੇਖੋ ਇੱਥੋਂ ਤੱਕ ਹੈਗਾ ਜੀ, ਇਹਨਾਂ ਦਾ ਇੰਨਾ ਦਬਦਬਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਪੁਰਬ ਜਿਹੜਾ ਹੈ ਉਹ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੇ ਬਿਲਕੁਲ ਨਾਲ ਆ ਰਿਹਾ। ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਟੈਲੀਫੋਨ ਕੀਤਾ, ਉਹਨਾਂ ਦੇ ਪੀਏ ਨੇ ਉਹ ਆਪਣਾ ਟੈਲੀਫੋਨ ਜਿਹੜਾ ਜਸਪਾਲ ਸਿੰਘ ਉਹਨੇ ਟੈਲੀਫੋਨ ਚੁੱਕਿਆ। ਚੁੱਕਣ ਤੋਂ ਬਾਅਦ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿ ਰਿਹਾ ਔਰ ਟੀਵੀ ਤੇ ਕਹਿ ਰਿਹਾ ਕਿ ਉਹਨੇ ਚੁੱਕਣ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ, ਕਹਿੰਦੇ ਜੀ ਜਥੇਦਾਰ ਤੇ ਤੁਹਾਨੂੰ ਨਹੀਂ ਮਿਲ ਸਕਣਗੇ, ਤੁਸੀਂ ਮੈਨੂੰ ਦੱਸੋ ਕੀ ਸੇਵਾ ਹੈ। ਮੈਂ ਉਹਨਾਂ ਨੂੰ ਕਿਹਾ ਜੀ ਵੀ ਜੇ ਤੁਸੀਂ ਕਰ ਸਕਦੇ ਜੇ ਤੇ ਤੁਸੀਂ ਜਿਹੜਾ ਕੈਲੰਡਰ ਹੈਗਾ ਉਹਦੇ ਵਿੱਚ ਥੋੜੀ ਜਿਹੀ ਚੇਂਜ ਕਰਕੇ ਇਹਨੂੰ ਅੱਗੇ ਕਰ ਦਿਓ ਜਾਂ ਪਿੱਛੇ ਕਰ ਦਿਓ, ਅਜੇ ਬੜਾ ਸਮਾਂ 1 ਮਹੀਨੇ ਦਾ ਟਾਈਮ ਪਿਆ ਹੋਇਆ ਹੈ। ਉਹ ਕਹਿਣ ਲੱਗੇ ਜੀ ਅਸੀਂ ਸਬ ਕਮੇਟੀ ਬਣਾਈ ਆ ਤੇ ਮੈਂ ਤੁਹਾਨੂੰ ਅਸੀਂ ਜਿਹੜਾ ਸਬ ਕਮੇਟੀ ਨੂੰ ਲਿਖਿਆ, ਤੁਸੀਂ ਸਬ ਕਮੇਟੀ ਨਾਲ ਗੱਲ ਕਰ ਲਓ। ਮੈਂ ਕਿਹਾ ਜੀ ਮੈਨੂੰ ਕਿਸੇ ਮੈਂਬਰ ਦਾ ਟੈਲੀਫੋਨ ਦੇ ਦਿਓ। ਉਹਨਾਂ ਮੈਨੂੰ ਚਾਵਲਾ ਸਾਹਿਬ ਦਾ ਟੈਲੀਫੋਨ ਦਿੱਤਾ। ਮੈਂ ਚਾਵਲਾ ਸਾਹਿਬ ਨੂੰ ਟੈਲੀਫੋਨ ਕੀਤਾ, ਮੈਨੂੰ ਕਹਿਣ ਲੱਗੇ ਜੀ ਕਿ ਤੁਸੀਂ ਤੇ ਜੀ ਗੁਰੂ ਸਾਹਿਬ ਨੂੰ ਪਤਾ ਨਹੀਂ ਕੀ ਸਮਝਦੇ ਜੇ, ਅਕਾਲ ਤਖਤ ਦੇ ਜਥੇਦਾਰ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ, ਤੁਸੀਂ ਕੀ ਚਾਹੁਣਾ ਚਾਹੁੰਦੇ ਜੇ। ਸਰਦਾਰ ਸਾਹਿਬ ਜਦੋਂ ਮਰਜ਼ੀ ਮਨਾਓ, ਜਦੋਂ ਮਰਜ਼ੀ ਨਾ ਮਨਾਓ, ਤੇ ਆਪ ਕਲਾ ਧਾਰ ਨਾਰਾਇਣ ਜਗ ਮੇ ਪਰਵਰਿਓ ਦੀ ਜਿਹੜੀ ਗੱਲ ਮੈਨੂੰ ਕਰਨ ਲੱਗੇ। ਮੈਂ ਕਿਹਾ ਮੈਂ ਆਪਣਾ ਚਾਵਲਾ ਸਾਹਿਬ ਤੁਹਾਡੇ ਕੋਲੋਂ ਸੰਥਿਆ ਲੈਣ ਨਹੀਂ ਆਇਆ, ਮੈਂ ਤੁਹਾਡੇ ਕੋਲੋਂ ਭਾਈ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈਗਾ ਨਾ ਜੀ ਉਹ ਪ੍ਰਚਾਰ ਸੁਣਨ ਵਾਸਤੇ ਨਹੀਂ ਆਇਆ। ਮੈਂ ਤੇ ਇੱਕ ਗਰੀਬ ਨਿਮਾਣਾ ਸਿੱਖ ਹੋਣ ਦੇ ਨਾਤੇ ਤੁਹਾਨੂੰ ਬੇਨਤੀ ਕਰ ਰਿਹਾ ਕਿ ਸਿੱਖੀ ਦਾ ਬਹੁਤ ਮਾੜਾ ਹਾਲ ਹੋ ਰਿਹਾ ਹੈ ਔਰ ਉਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਜਿਹੜਾ ਹੈਗਾ ਹੈ, ਤੁਸੀਂ ਕਿਤੇ ਵੀ ਜਾ ਕੇ ਵੇਖ ਲਓ, ਸਿਰ ਤੇ ਦਸਤਾਰ ਹੋਏਗੀ, ਦਾੜਾ ਜਿਹੜਾ ਹੈਗਾ ਪ੍ਰਕਾਸ਼ ਹੋਣ ਦੀ ਬਜਾਏ ਨਾਈ ਦੀ ਦੁਕਾਨ ਤੇ ਹੋਵੇਗਾ। ਇਹ ਸਾਡੀ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਤੇ ਜਾਂ ਦੂਜੀ ਜਿਹੜੀ ਹੈਗੀ ਆ ਵੱਡੇ ਮੁੱਦੇ ਆ, ਵੱਡੇ ਮੁੱਦੇ ਆ। ਜਿਹੜਾ ਜੀ ਅਕਾਲੀ ਦਲ ਜਿਹੜੀ ਐਸਜੀਪੀਸੀ ਆਪਣਾ ਕੈਲੰਡਰ ਨਹੀਂ ਬਣਾ ਸਕਦੀ, ਉਹਦੇ ਕੋਲੋਂ ਹੋਰ ਸਿੱਖਾਂ ਨੂੰ ਕੀ ਆਸ ਹੈ। ਥੈਂਕ ਯੂ ਰਿਆੜ ਸਾਹਿਬ। ਮੈਂ ਫੇਰ ਆਵਾਂਗਾ ਇਸ ਮੁੱਦੇ ਤੇ। ਸਾਡੇ ਨਾਲ ਬਰਾਗੀ ਸਾਹਿਬ ਵੀ ਜੁੜੇ। ਬਰਾਗੀ ਸਾਹਿਬ, ਜਿਸ ਮਾਮਲੇ ਤੇ ਆਪਾਂ ਗੱਲ ਕਰਦੇ ਹਾਂ, ਦੇਖੋ ਰਿਆੜ ਸਾਹਿਬ ਨੇ ਬਗਾਵਤ ਦੀ ਗੱਲ ਕੀਤੀ ਹੈ ਕਿ ਅਕਾਲੀ ਦਲ ਦੇ ਅੰਦਰ ਬਗਾਵਤ ਉੱਠਦੀ ਰਹੀ ਹੈ ਤੇ ਕਿਸ ਤਰੀਕੇ ਨਾਲ ਬੇਅਸੂਲੇ ਢੰਗ ਨਾਲ ਬਗਾਵਤਾਂ ਦਬਦੀਆਂ ਰਹੀਆਂ। ਹੁਣ ਜਗਮੀਤ ਬਰਾੜ ਜਾਂ ਬੀਬੀ ਜਗੀਰ ਕੌਰ ਦੀ ਆਪਾਂ ਗੱਲ ਕਰਦੇ ਹਾਂ ਕਿ ਨਵੀਂ ਆਵਾਜ਼ ਉਹਨਾਂ ਨੇ ਕਿਹਾ ਕਿ ਸਿਰ ਜੋੜ ਕੇ ਬੈਠਣ ਦੀ ਲੋੜ ਹੈ, ਪੰਥ ਨੂੰ ਇਕੱਠਾ ਕਰਨ ਦੀ ਜ਼ਰੂਰਤ ਹੈ। ਇੱਕ ਵੱਡੀ ਗੱਲ ਜਿਹੜੀ ਹੈਗੀ ਇਸ ਇਹ ਵੀ ਉੱਭਰਦੀ ਹੈ ਕਿ ਪੰਜਾਬੀ ਚਾਹੁੰਦੇ ਕਿ ਸਾਡੀ ਕੋਈ ਨਾ ਕੋਈ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ, ਤੇ ਖੇਤਰੀ ਪਾਰਟੀ ਅਕਾਲੀ ਦਲ ਦੇ ਰੂਪ 'ਚ ਹੀ ਦੇਖਦੇ ਰਹੇ ਪੰਜਾਬੀ। ਕਿਵੇਂ ਦੇਖਦੇ ਹੋ ਇਹਨਾਂ ਕੋਸ਼ਿਸ਼ਾਂ ਨੂੰ? ਤੇ ਦੂਜੇ ਪਾਸੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਰੱਦ ਕੀਤਾ ਇੱਦਾਂ ਦੀਆਂ ਕੋਸ਼ਿਸ਼ਾਂ ਨੂੰ। ਬਿਲਕੁਲ ਸਿੱਧੂ ਸਾਹਿਬ, ਅੱਜ ਦੇ ਸਮੇਂ ਲਈ ਬੜਾ ਰੈਲੀਵੈਂਟ ਇਹ ਜਿਹੜਾ ਅੱਜ ਆਪਾਂ ਦੇਖ ਰਹੇ ਹਾਂ ਇਸ਼ੂ ਉੱਭਰ ਕੇ ਸਾਹਮਣੇ ਆਇਆ, ਪਰ ਇਹਨੂੰ ਬੜਾ ਮਿਊਟਲੀ ਦੇਖਣ ਦੀ ਲੋੜ ਹੈਗੀ ਜੀ। ਬਿਲਕੁਲ ਪੰਜਾਬ ਨਹੀਂ, ਪੂਰੇ ਹਿੰਦੁਸਤਾਨ ਵਿੱਚ ਹੀ, ਕਿਉਂਕਿ ਵੱਖ-ਵੱਖ ਧਰਮ ਤੇ ਵੱਖ-ਵੱਖ ਸਾਡੇ ਮਜ਼ਹਬ ਹੈਗੇ ਆ, ਸਾਡੀਆਂ ਲੈਂਗੁਏਜਿਸ ਵੱਖ-ਵੱਖ ਨੇ, ਉਸ ਨੂੰ ਲੈ ਕੇ ਇੱਕ ਰੀਜਨਲ ਪਾਰਟੀਆਂ ਦੀ ਲੋੜ ਸਦਾ ਮਹਿਸੂਸ ਹੁੰਦੀ ਰਹੀ ਹੈ ਉੱਥੋਂ ਦੇ ਨੇਟਿਵਸ ਨੂੰ ਵੀ, ਚਾਹੇ ਉਹ ABCD ਕੋਈ ਵੀ ਹੋਣ। ਅਕਾਲੀ ਦਲ ਦੀ ਅੱਜ ਇੱਕ ਫੁੱਟ ਸਾਹਮਣੇ ਆ ਰਹੀ ਆ, ਮੈਨੂੰ ਲੱਗਦਾ ਉਦੋਂ ਜਦੋਂ ਉਹਨਾਂ ਨੇ ਇੱਕ ਕਮੇਟੀ ਕਨਸਟੀਟਿਊਟ ਕੀਤੀ ਆ ਤੇ ਕੁਝ ਨਾਮਾਂ ਨੂੰ ਐਕਸਪੈਲ ਕਰ ਦਿੱਤਾ। ਵੱਡਾ ਕੁਐਸਚਨ ਇਹ ਆ, ਜੇ ਅਕਾਲੀ ਦਲ ਦੀ ਇਹ ਫੁੱਟ ਦਾ ਬਿਗਲ ਜਿਹੜਾ ਵੱਜਿਆ, ਜੇ ਤਾਂ ਸਿਰਫ ਤੇ ਸਿਰਫ ਇੱਕ ਰਾਜ ਸੱਤਾ ਪ੍ਰਾਪਤੀ ਲਈ ਵੱਜਿਆ, ਤਾਂ ਮੈਂ ਕਹਿੰਦਾ ਉਦੋਂ ਨਿਕੰਮੇ ਬੰਦੇ ਕੋਈ ਨਹੀਂ ਹੋ ਸਕਦੇ ਜਿਹੜੀ ਇੰਨੀ ਇੱਕ ਸਰਮੌਰ ਜਥੇਬੰਦੀ ਪੰਥ ਦਾ ਨਾਂ ਵਰਤ ਕੇ ਸਮਾਜਿਕ ਕਦਰਾਂ ਕੀਮਤਾਂ ਨੂੰ ਵਿਸਾਰ ਚੁੱਕੇ ਨੇ, ਧਾਰਮਿਕ ਕਦਰਾਂ ਕੀਮਤਾਂ ਨੂੰ ਵਿਸਾਰ ਚੁੱਕੇ ਨੇ, ਇੱਕ ਰਾਜ ਸੱਤਾ ਦੀ ਪ੍ਰਾਪਤੀ ਦੇ ਲਈ ਉਹ ਪੰਥਕ ਇਕੱਠ ਜਾਂ ਪੰਥਕ ਧਿਰਾਂ ਨੂੰ ਜੋੜਨ ਦੀ ਗੱਲ ਕਰਦੇ ਨੇ। ਇਹ ਤੋਂ ਵੱਡੀ ਬਦਕਿਸਮਤੀ ਪੰਜਾਬ ਲਾਣ ਲਈ ਕੋਈ ਹੋ ਸਕਦੀ? ਸਾਡਾ ਧਰਮ ਡਿਟੇਰੋਰੇਟ ਹੋ ਗਿਆ। ਅੱਜ ਤੁਸੀਂ ਪ੍ਰੋਪੋਰਸ਼ਨੈਲਿਟੀ ਗੱਲ ਕਰੋ ਤਾਂ ਪਗੜੀਆਂ ਸਾਡੇ ਸਿਰੋਂ ਕਾਫੀ ਕਦਰ ਘਟ ਚੁੱਕੀਆਂ। ਸਾਡੀ ਪੰਜਾਬੀ ਲੈਂਗੁਏਜ, ਸਾਡੀ ਮਾਂ ਬੋਲੀ ਦੇ ਵਿੱਚ ਨਿਗਾਰ ਆ ਚੁੱਕਿਆ। ਤੁਸੀਂ ਗਵਰਨਮੈਂਟ ਆਫੀਸ਼ੀਅਲ ਜਿਹੜੇ ਆંકੜੇ ਚੱਕ ਲਓ, ਤੁਸੀਂ ਪਤੀਤ ਹੁੰਦੇ ਬੱਚੇ ਦੇਖ ਸਕਦੇ ਹੋ, ਤੁਸੀਂ ਨਸ਼ਿਆਂ ਨਾਲ ਮਰਦੇ ਦੇਖ ਸਕਦੇ ਹੋ, ਤੁਸੀਂ ਕਿਸਾਨਾਂ ਦੀਆਂ ਗੱਲਾਂ ਕਰ ਲਓ, ਤੇ ਉਦੋਂ ਇਹਨਾਂ ਨੂੰ ਪੰਥਕ ਧਿਰਾਂ ਨੂੰ ਸਿੰਧ ਜੋੜਨ ਲਈ ਸਮਾਂ ਨਹੀਂ ਮਿਲਿਆ, ਜਦ ਉਹ ਸੋਝੀ ਨਹੀਂ ਆਈ। ਅੱਜ ਰਾਜ ਸੱਤਾ ਦੀ ਪ੍ਰਾਪਤੀ ਲਈ,
ਕਿਉਂਕਿ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਰੀਜਨਲ ਪਾਰਟੀ ਦੀ ਲੋੜ ਹੁੰਦੀ ਰਹਿੰਦੀ ਆ, ਤਾਂ ਇਹਨਾਂ ਨੇ ਇੱਕ ਵਿਗਲ ਵਜਾਤਾ। ਮੈਨੂੰ ਲੱਗਦਾ ਅੱਜ ਜੇ ਵਾਕਿਆ ਹੀ ਪੰਥਕ ਧਿਰਾਂ ਸਿੰਸੀਅਰ ਨੇ ਪੰਥ ਨੂੰ ਬਚਾਉਣ ਲਈ, ਪੰਜਾਬ ਨੂੰ ਬਚਾਉਣ ਲਈ, ਆਪਣੇ ਜਾਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਨਹੀਂ, ਪੰਜਾਬ ਦੇ ਵਿੱਚ ਮਰ ਰਹੀ ਜਵਾਨੀ ਕਿਸਾਨੀ ਨੂੰ ਬਚਾਉਣ ਲਈ, ਤਾਂ ਉਹਨਾਂ ਨੂੰ ਪੋਲੀਟੀਕਲ ਜਿਹੜੀ ਇਲੈਕਟ੍ਰੋਨਿਕ ਪ੍ਰੋਸੈਸ ਹੈਗਾ ਵਾ ਡੈਮੋਕ੍ਰੇਸੀ ਦੇ ਵਿੱਚ, ਉਹਨੂੰ ਅਬਸਟੇਨ ਕਰ ਦੇਣਾ ਚਾਹੀਦਾ ਵਾ। ਉਹ ਅੱਜ ਸਿਰਫ ਤੇ ਸਿਰਫ ਇੱਕ ਸੋਸ਼ਲ ਮੂਵਮੈਂਟ ਦਾ ਰੂਪ ਲੈ ਕੇ, ਜਿਵੇਂ ਪਹਿਲਾਂ ਸੀ ਜਦੋਂ ਅਕਾਲੀ ਦਲ ਹੋਂਦ 'ਚ ਆਇਆ ਸੀਗਾ, ਉਦੋਂ ਲਾਲਚ ਨਹੀਂ ਸੀ। ਅੱਜ ਤਾਂ ਸਿਰਫ ਤੇ ਸਿਰਫ ਮਾਫ ਕਰਨਾ ਜੇਬਾਂ ਭਰਨ ਦਾ ਲਾਲਚ ਆ। ਅੱਜ ਤਾਂ ਸਿਰਫ ਤੇ ਸਿਰਫ ਵਜ਼ੀਰੀਆਂ ਜਾਂ ਕੁਰਸੀਆਂ ਮਾਨਣ ਦਾ ਲਾਲਚ। ਸੋ ਕਾਲਡ ਪੰਥ ਜਿਹੜੇ ਕਹਾਉਂਦੇ ਨੇ ਇਹ ਲੋਕ ਸਾਰੇ ਨੇ, ਇਹਨਾਂ ਦੀ ਅੱਜ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਮਾਫ ਕਰਨਾ, ਸ਼ਾਇਦ ਲਫ਼ਜ਼ ਕਈਆਂ ਨੂੰ ਕੌੜੇ ਲੱਗਣ, ਇਹਨਾਂ ਦੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ, ਕਿਉਂਕਿ ਇਹ ਗੱਲਾਂ ਬਹੁਤ ਦਹਾਕਿਆਂ ਤੋਂ ਪੰਜਾਬੀ ਸੁਣਦੇ ਆ ਰਹੇ ਨੇ ਤੇ ਪੰਜਾਬ ਦਾ ਕੁਝ ਵੀ ਸਿਵਰਿਆ ਨਹੀਂ ਗਾ। ਇਸ ਕਰਕੇ ਨੁਕਸਾਨ ਹੋਇਆ। ਅੱਜ ਬ੍ਰੇਨ ਡਰੇਨ ਹੋ ਗਿਆ। ਉਹ ਪੰਜਾਬ ਦੇ ਵਿੱਚ ਤਾਂ ਪ੍ਰਵਾਸੀਆਂ ਨੇ ਆ ਕੇ ਡੇਰੇ ਲਾ ਲਏ। ਸਾਡੇ ਪੰਜਾਬੀ ਇੱਥੇ ਪੰਥਕ ਲੋਕਾਂ ਦੇ, ਪੰਥਕ ਲੀਡਰਾਂ ਦੇ ਬੱਚੇ ਬਾਹਰ ਦੀਆਂ ਸਿਟੀਜ਼ਨਸ਼ਿਪਸ ਲੈ ਚੁੱਕੇ ਨੇ। ਤੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਅੱਜ ਦੀ ਤਰੀਕ ਵਿੱਚ? ਵਾਕਿਆ ਹੀ ਜੇ ਤੁਸੀਂ ਸਿੰਸੀਅਰ ਹੋ, ਹਰਮੰਦਰ ਸਾਹਿਬ ਨੂੰ ਨਾਜ਼ਰ ਜਾਣ ਕੇ, ਬਾਬੇ ਨਾਨਕ ਨੂੰ ਨਾਜ਼ਰ ਜਾਣ ਕੇ ਤੁਸੀਂ ਆਪਦੀ ਪੜਚੋਲ ਕਰੋ, ਖੜੇ ਕਿੱਥੇ ਹੋ? ਤੁਹਾਨੂੰ ਕੋਈ ਵੀ ਸੋਸ਼ਲ ਇਸ਼ੂ ਸਾਰੇ ਵਿਸਰ ਚੁੱਕੇ ਨੇ, ਧਾਰਮਿਕ ਇਸ਼ੂ ਵਿਸਰ ਚੁੱਕੇ ਨੇ। ਤੁਸੀਂ ਕਿਸੇ ਨੂੰ ਵੀ ਡੱਕ ਲਾ ਸਕੇ ਹੋ, ਤੁਸੀਂ ਪੰਜਾਬ ਦੇ ਹਿੱਤ 'ਚ ਭੁਗਤ ਚੁੱਕੇ ਹੋ। ਤੇ ਮੈਨੂੰ ਲੱਗਦਾ ਜਿਹੜੀ ਇਹ ਐਫਰਟਸ ਹੋ ਰਹੇ ਨੇ, ਇਹ ਸਿਰਫ ਤੇ ਸਿਰਫ ਰਾਜ ਸੱਤਾ ਪ੍ਰਾਪਤੀ ਲਈ ਹੋ ਰਹੇ ਨੇ। ਤੇ ਵੈਲਕਮ ਆ ਡੈਮੋਕ੍ਰੇਸੀ ਦੇ ਵਿੱਚ, ਪਰ ਮਾਫ ਕਰਨਾ, ਅੱਜ ਪੰਥ ਨੂੰ ਇੱਕ ਹੋਰ ਨਵੇਂ ਦਿਸ਼ਾ ਤੇ ਨਿਰਦੇਸ਼ਾਂ ਦੀ ਲੋੜ ਹੈਗੀ। ਜੀ ਥੈਂਕ ਯੂ ਵੈਰੀ ਮਚ। ਡਾਕਟਰ ਸੋਹਤਾ ਜੋ ਬਰਾਗੀ ਨੇ ਗੱਲ ਕੀਤੀ ਹੈ, ਦੇਖੋ ਉਹਨਾਂ ਨੇ ਕਿਹਾ ਕਿ ਪੰਥ ਖੇਤਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਸੱਤਾ ਪ੍ਰਾਪਤੀ ਲਈ ਕੀਤੀ ਜਾਂਦੀ ਹੈ। ਸਾਡੀਆਂ ਸਮਾਜਿਕ, ਸਾਡੀ ਪੰਜਾਬੀ ਭਾਸ਼ਾ ਦੀ ਗੱਲ ਕਰ ਲਈਏ, ਸਾਡੇ ਧਰਮ ਦੀ ਗੱਲ ਕਰ ਲਈਏ, ਸਾਡੇ ਸਮਾਜਿਕ ਅਕੀਦਿਆਂ ਦੀ ਗੱਲ ਕਰ ਲਈਏ, ਉਹ ਸਾਰੇ ਵਿਸਾਰ ਦਿੱਤੇ ਜਾਂਦੇ ਆ। ਕੀ ਲੱਗਦਾ ਕਿ ਜਿਹੜੀ ਇਹ ਮੁਹਿੰਮ ਜਾਂ ਇੱਕ ਬੇਚੈਨੀ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਬਹੁਤ ਵੱਡਾ ਇੱਕ ਖਲਾਅ ਪੈਦਾ ਹੋ ਗਿਆ, ਜਿਹੜੀ ਲੀਡਰਸ਼ਿਪ ਨੂੰ ਇਸ ਪਾਸੇ ਤੁਰਨਾ ਚਾਹੀਦਾ ਸੀਗਾ, ਉਹ ਕਿਧਰੇ ਹੁਣ ਨਜ਼ਰ ਨਹੀਂ ਆ ਰਹੀ? ਦੇਖੋ, ਬੜਾ ਜ਼ਰੂਰੀ ਹੈ ਕਿ ਕੋਈ ਜਿਹੜੀ ਰੀਜਨਲ ਪੰਥਕ ਕਹਿ ਲਓ ਬਈ ਕੋਈ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ, ਕਿਉਂਕਿ ਮੁੱਦੇ ਇਹ ਤੋਂ ਬਿਨਾਂ ਉਠਾਏ ਨਹੀਂ ਜਾ ਸਕਦੇ। ਲੇਕਿਨ ਬਦਕਿਸਮਤੀ ਇਹ ਹੈ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਪੰਥਕ ਲੀਡਰ, ਖੇਤਰੀ ਪਾਰਟੀ ਦੇ ਜਿਹੜੇ ਹੈਗੇ ਨੇਤਾ ਜਾਂ ਕਹਿ ਲਓ ਆਗੂ ਆਪਣੇ ਆਪ ਨੂੰ ਕਹਾਉਂਦੇ ਨੇ, ਬਿਲਕੁਲ ਸਿੱਧੂ ਸਾਹਿਬ ਉਹ ਆਪਣੀ ਨਾ ਗਰਾਊਂਡ ਲੂਜ਼ ਕਰ ਚੁੱਕੇ ਨੇ। ਨਾ ਲੋਕਾਂ ਨੂੰ ਵਿਸ਼ਵਾਸ ਹੈ, ਨਾ ਉਹਨਾਂ ਦੀ ਗੱਲ ਸੁਣਨਾ ਚਾਹੁੰਦੇ ਆ, ਨਾ ਉਹਨਾਂ ਦੇ ਨਾਲ ਕੋਈ ਖੜਾ ਹੈ। ਇਹ ਮੈਂ ਇੱਕ ਤੱਥਾਂ ਤੇ ਆਧਾਰਿਤ ਗੱਲ ਕਰ ਰਹੀ ਹਾਂ, ਕਿਉਂਕਿ ਜੋ ਪਿੱਛੇ ਇਲੈਕਸ਼ਨਾਂ ਵਿੱਚ ਹੋਇਆ, ਸਮੇਂ ਤੇ ਜੋ ਆਪਾਂ ਸਾਰਿਆਂ ਨੇ ਦੇਖਿਆ, ਉਹਦੇ ਵਿੱਚੋਂ ਨੰਗਾ ਚਿੱਟਾ ਸੱਚ ਹੈਗਾ ਕਿ ਜੋ ਇਹ ਹੋ ਰਿਹਾ ਹੈ ਇਹ ਤਾਂ ਆਪਣੀ ਗੁਆਚੀ ਹੋਈ ਜਿਹੜੀ ਜ਼ਮੀਨ ਹੈ, ਆਪਣੀ ਜਗ੍ਹਾ ਨੂੰ ਤਰਾਸ਼ਦੇ ਫਿਰਦੇ ਨੇ। ਨਾ ਕਿਸੇ ਨੂੰ ਪੰਥ ਦਾ ਫਿਕਰ ਹੈ, ਨਾ ਕਿਸੇ ਨੂੰ ਪਬਲਿਕ ਦਾ ਫਿਕਰ ਹੈ, ਨਾ ਕਿਸੇ ਨੂੰ ਪੰਜਾਬੀ ਬੋਲੀ ਦਾ ਫਿਕਰ ਹੈ, ਨਾ ਪੰਜਾਬੀਅਤ ਦਾ ਫਿਕਰ ਹੈ, ਨਾ ਪੰਜਾਬ ਦੇ ਮੁੱਦਿਆਂ ਦਾ ਫਿਕਰ ਹੈ। ਦੱਸੋ ਕਿਹੜੇ ਮੁੱਦਿਆਂ ਦੇ ਖਾਤਰ ਇਹਨਾਂ ਨੇ ਅੱਗੇ ਆਗੂ ਹੁੰਦੇ ਸੀ ਸਿੱਧੂ ਸਾਹਿਬ, ਤੇ ਉਹ ਕੁਰਬਾਨੀਆਂ ਅੱਗੇ ਉਹ ਦਿੰਦੇ ਸੀ, ਉਹਨਾਂ ਦਾ ਉਹ ਲੀਡ ਕਰਦੇ ਸੀ। ਇਹ ਲੋਕਾਂ ਨੂੰ ਮਰਵਾਉਂਦੇ ਨੇ। ਦੇਖੋ, ਜਿਹੜੀ ਪੰਥ ਦੀ ਨੀਂਦ ਹੈ, ਮੈਂ ਫਿਰ ਕਹਿੰਦੀ ਹਾਂ, ਅਵਚਲ ਨੀਮ ਧਰੀ ਗੁਰੂ ਨਾਨਕ, ਨਿਤ ਨਿਤ ਚੜੇ ਸਵਾਈ। ਇਹਨਾਂ ਦੇ ਡੋਬਿਆਂ ਡੋਬੀ ਨਹੀਂ ਜਾਣੀ। ਲੇਕਿਨ ਬਿਲਕੁਲ ਇਹਨਾਂ ਦਾ ਇੱਕੋ ਹੀ ਮੁੱਦਾ ਹੈ ਕਿ ਸ਼੍ਰੋਮਣੀ ਕਮੇਟੀ ਸਾਡੇ ਕਬਜ਼ੇ 'ਚ ਰਵੇ, ਅਸੀਂ ਗੋਲਕ ਦੇ ਕਾਬਜ਼ ਰਹੀਏ, ਜਿਹਨੂੰ ਮਰਜ਼ੀ ਉੱਥੋਂ ਲਾ ਦਈਏ, ਜਿਹਨੂੰ ਮਰਜ਼ੀ ਹਟਾ ਦਈਏ, ਕੰਨ ਮਰੋੜੀਏ ਥੱਲੇ, ਕੰਨ ਮਰੋੜੀਏ ਉੱਪਰ। ਉਹ ਡਿਕਟੇਟਰਸ਼ਿਪ ਜਿਹੜੀ ਹੈਗੀ ਐਵਰੀਵੇਅਰ ਵਪਾਰੀਕਰਨ ਹੋਣ ਲੱਗ ਗਿਆ। ਇੱਕ ਬੜੀ ਬਦਕਿਸਮਤੀ ਹੈ, ਜਿਸ ਕੌਮ ਨੇ ਕੁਰਬਾਨੀਆਂ ਦੇ ਕੇ ਇਹਦੀ ਨੀਂਹ ਰੱਖੀ, ਜਿਨ੍ਹਾਂ ਸ਼ਹੀਦਾਂ ਨੇ ਆਪਣਾ ਖੂਨ ਡੋਲ ਕੇ, ਜਵਾਨੀਆਂ ਵਾਰ ਕੇ ਇਹਦੀ ਨੀਂਹ ਰੱਖੀ, ਗੁਰੂ ਸਾਹਿਬ ਨੇ ਆਪਣੇ ਸਰਬੰਸ ਨੂੰ ਵਾਰ ਦਿੱਤਾ, ਉਹਨਾਂ ਦੇ ਇਹ ਵਾਰਸ ਆਪਣੇ ਆਪ ਨੂੰ ਕਹਾਉਣ ਲੱਗ ਗਏ। ਤੇ ਵਿੱਚੋਂ ਮੁੱਦਾ ਹਰ ਇੱਕ ਨੂੰ ਪਤਾ ਹੈ, ਤੁਸੀਂ ਅਸੀਂ ਬੱਚਾ ਪੰਜਾਬ ਦਾ, ਕੌਮ ਦਾ, ਦੇਸ਼ ਦਾ, ਪ੍ਰਦੇਸ਼ 'ਚ ਬੈਠਾ ਇਹ ਜਾਣਦਾ ਹੈਗਾ ਕਿ ਹੋ ਕੀ ਰਿਹਾ ਹੈ। ਇਸ ਕਰਕੇ ਇਹਨਾਂ ਨੂੰ ਮਿਹਰਬਾਨੀ ਕਰਕੇ ਭੁਲੇਖੇ ਛੱਡ ਦੇਣੇ ਚਾਹੀਦੇ ਨੇ। ਇਹਨਾਂ ਭੁਲੇਖਿਆਂ ਦੇ ਪਿੱਛੇ ਕਿਸੇ ਨੇ ਨਹੀਂ ਲੱਗਣਾ। ਮੈਂ ਅੱਜ ਇਸ ਮੰਚ ਤੋਂ ਬਿਲਕੁਲ ਵਿਦ ਸਰਟਨਟੀ, ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੀ ਹੈ। ਥੈਂਕ ਯੂ ਡਾਕਟਰ ਸਾਹਿਬ। ਡਾਕਟਰ ਸਾਹਿਬ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਮੈਂ ਸਵਾਲ ਤੁਹਾਡੇ ਤੋਂ ਇਸ ਕਰਕੇ ਲੈ ਰਿਹਾ ਕਿਉਂਕਿ ਤੁਸੀਂ ਬਗਾਵਤ ਦੀ ਗੱਲ ਕੀਤੀ ਸੀ। ਕੀ ਹੁਣ ਜਗਮੀਤ ਬਰਾੜ ਜਾਂ ਬੀਬੀ ਜਗੀਰ ਕੌਰ ਜਾਂ ਹੋਰ ਜਿਹੜੇ ਮਨਪ੍ਰੀਤ ਆਲੀ ਆ, ਬਾਕੀ ਆਗੂ ਹੈਗੇ ਆ, ਉਹ ਫੇਰ ਚੁਣੌਤੀ ਦੇ ਸਕਦੇ ਆ ਜਾਂ ਉਦਾਂ ਦਾ ਹੀ ਹਸ਼ਰ ਹੋਏਗਾ ਜਿੱਦਾਂ ਪਹਿਲਾਂ ਬਗਾਵਤਾਂ ਦਾ ਹੁੰਦਾ ਰਿਹਾ?
ਕੋਈ ਲੱਗਦਾ ਹੈ ਕਿ ਤਬਦੀਲੀ ਆਉਣ ਦੀ ਕੋਈ ਪੋਸਿਬਿਲਿਟੀ ਲੱਗਦੀ ਹੈ? ਇਸ ਤਰ੍ਹਾਂ ਹੈਗਾ ਜੀ ਸਿੱਧੂ ਸਾਹਿਬ ਕਿ ਜਿਹੜਾ ਪਹਿਲਾ ਤਜਰਬਾ ਹੈ ਨਾ ਜੀ, ਉਹ ਜੋ ਮੇਰੇ ਵੀਰ ਜੀ ਨੇ ਕਿਹਾ ਹੈ ਕਿ ਸੱਤਾ ਦੀ ਪ੍ਰਾਪਤੀ ਵਾਸਤੇ ਦੱਸਣਾ ਜੀ ਬਗਾਵਤ ਹੋਈ ਹੈ। ਸੱਤਾ, ਉਹ ਸੱਤਾ ਨਹੀਂ ਮਿਲੀ। ਔਰ ਜਿਹੜੀ ਸੁਖਬੀਰ ਸਿੰਘ ਜੀ ਵੀ ਮਨ ਦੇ ਵਿੱਚ ਹੈਗਾ ਕਿ ਅਸੀਂ ਇਸ ਤਰ੍ਹਾਂ ਸੱਤਾ ਪ੍ਰਾਪਤ ਕਰ ਲਵਾਂਗੇ, ਮੇਰਾ ਖਿਆਲ ਇਹ ਬਹੁਤ ਵੱਡੀ ਗਲਤਫਹਿਮੀ ਆ। ਕਿਉਂਕਿ ਜਦੋਂ ਤੱਕ ਆਪਾਂ ਲੋਕਾਂ ਦੇ ਕੰਮ ਨਹੀਂ ਕਰਾਂਗੇ, ਲੋਕਾਂ ਨਾਲ ਜੁੜਾਂਗੇ ਨਹੀਂ, ਸਾਡੇ ਕੋਲ ਲੀਡਰ ਹੈ ਜੀ। ਅਸੀਂ ਸੁਖਬੀਰ ਨੂੰ ਲੀਡਰ ਨਹੀਂ ਮੰਨਦੇ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੀਡਰ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਕੋਲੋਂ ਸੇਧ ਲੈਣੀ ਆ, ਅਸੀਂ ਗੁਰੂ ਸਾਹਿਬਾਨ ਦਾ ਜਿਹੜਾ ਜੀਵਨ ਆ ਉਹ ਤੋਂ ਸੇਧ ਲੈਣੀ ਆ, ਅਸੀਂ ਸਿੱਖ ਜਿਹੜੀ ਹਿਸਟਰੀ ਆ ਇਤਿਹਾਸ ਆ ਉਹ ਤੋਂ ਸੇਧ ਲੈਣੀ ਆ। ਔਰ ਇਹ ਵੇਖੋ ਨਾ ਤੁਸੀਂ, ਸਾਰੀਆਂ ਪਾਰਟੀਆਂ ਜਿਹੜੀਆਂ ਨੇ ਆਪਣੇ ਪ੍ਰਧਾਨ ਬਦਲਦੀਆਂ ਨੇ, ਲੇਕਿਨ ਜਿਹੜੀ ਧੁੰਦਾ ਕਮੇਟੀ ਹੈ ਉਹਦੇ ਵਿੱਚ ਸਾਫ਼ ਸ਼ਬਦਾਂ ਵਿੱਚ ਕਿਹਾ ਗਿਆ ਸੀਗਾ ਕਿ ਸਾਰਾ ਬਦਲਾਵ ਹੋਏਗਾ। ਪਰ ਕੀ ਬਦਲਾਵ ਹੋਇਆ? ਉਹ ਧੁੰਦਾ ਸਾਹਿਬ ਅੱਜ ਫੇਰ ਉਸੇ ਜਿਹੜੀ ਹੈਗੀ ਉਹਨਾਂ ਦੀ ਕਮੇਟੀ ਦੇ ਮੈਂਬਰ ਨੇ। ਔਰ ਆਪਣਾ ਚੰਦੂ ਮਾਜਰਾ ਸਾਹਿਬ ਗਏ ਸੀ ਕਾਲੋ ਸਾਹਿਬ ਦੇ ਘਰ, ਤੇ ਅੱਜ ਫੇਰ ਉਸ ਕਮੇਟੀ 'ਚ ਨੇ। ਤੇ ਮੈਂ ਤਾਂ ਇੱਕ ਗੱਲ ਕਹਿਣਾ ਵੀ ਬੀਬੀ ਜਗੀਰ ਕੌਰ ਨੇ ਥੋੜੀ ਜਿਹੀ ਹਿੰਮਤ ਕੀਤੀ ਆ, ਔਰ ਇਹਨਾਂ ਦੇ ਵਿੱਚ ਸੰਨ ਲਾਉਣ ਦੀ ਜਿਹੜੀ ਆ ਨਾ ਜੀ, ਉਹ ਕਾਮਯਾਬ ਹੋਏ ਨੇ। ਜੇ ਇਸੇ ਤਰ੍ਹਾਂ ਹੀ ਇਹਨਾਂ ਦੇ ਵਿੱਚ ਸੰਨ ਲਾਈ ਜਾਵੇ, ਜਿਹੜੇ ਉੱਥੇ SGPC ਦੇ ਮੈਂਬਰ ਬੈਠੇ ਨੇ ਉਹਨਾਂ ਨੇ ਜਾ ਕੇ ਗੱਲਬਾਤ ਕੀਤੀ ਜਾਵੇ, ਉਹਨਾਂ ਦੇ ਜਿਹੜੇ ਗੁੱਸੇ ਗਿੱਲੇ ਨੇ ਉਹਨਾਂ ਨੂੰ ਸੁਣਿਆ ਜਾਵੇ, ਉਹਨਾਂ ਨੂੰ ਸੁਲਝਾਉਣ ਵਾਸਤੇ ਜਿਹੜਾ ਸਾਰਾ ਕੰਮ ਕੀਤਾ ਜਾਵੇ। ਜਿਹੜੇ ਬੱਚੇ ਸਾਡੇ ਬਾਹਰ ਜਾ ਰਹੇ ਨੇ, ਸਾਡਾ ਸਾਰਾ ਬ੍ਰੇਨ ਜਿਹੜਾ ਹੈਗਾ ਉਹ ਬਾਹਰ ਜਾ ਰਿਹਾ, ਸਾਡੀ ਜਵਾਨੀ ਬਾਹਰ ਜਾ ਰਹੀ ਆ। ਇੱਥੇ ਹੀ ਨਹੀਂ, ਇੱਕ ਬੱਚਾ ਅਗਰ ਬਾਹਰ ਜਾਂਦਾ ਤੇ 50-60 ਲੱਖ ਰੁਪਇਆ ਜਿਹੜਾ ਹੈ ਉਹ ਪੰਜਾਬ ਦਾ ਬਾਹਰ ਜਾਂਦਾ ਹੈ। ਔਰ ਪੰਜਾਬ ਜਿਹੜਾ ਰੋਜ਼ ਜਿਹੜਾ ਹੈਗਾ ਘੱਟੋ ਘੱਟ 10-15-20 ਬੱਚੇ ਜਿਹੜੇ ਨੇ ਉਹ ਬਾਹਰ ਜਾ ਰਹੇ ਨੇ। ਨਾ ਸਾਡੇ ਕੋਲ ਸਿੱਖਿਆ ਦਾ ਕੋਈ ਢਾਂਚਾ ਹੈ, ਨਾ ਸਾਡੇ ਕੋਲ ਚੰਗੀ ਸੜਕ ਹੈ, ਨਾ ਸਾਡੇ ਕੋਲ ਕੋਈ ਆਪਣਾ ਜਿਹੜਾ ਹੈਗਾ ਜੀ ਮੈਡੀਕਲ ਸੁਵਿਧਾ ਹੈਗੀ ਆ। ਇੱਥੇ ਕੁਝ ਵੀ ਨਹੀਂ ਹੈ, ਪੜ੍ਹਾਈ ਦਾ ਕੋਈ ਸਿਸਟਮ ਨਹੀਂ ਹੈ। ਔਰ ਇੱਥੇ ਦੱਸਾਂ ਨਾ ਜੀ, ਇਸ ਕਰਕੇ ਸਾਡਾ ਜਿਹੜਾ ਹੈਗਾ ਪੰਥ ਜਿਹੜਾ ਹੈਗਾ ਉਹਨੂੰ ਖਤਰਾ ਹੀ ਨਹੀਂ, ਖਤਰਾ ਇਹਨਾਂ ਦੇ ਕੋਲੋਂ ਆ। ਨਾ ਸਾਨੂੰ ਕਾਂਗਰਸ ਕੋ ਖਤਰਾ ਹੈ, ਨਾ ਸਾਨੂੰ BJP ਕੋ ਖਤਰਾ ਹੈ। ਥੈਂਕ ਯੂ ਵੈਰੀ ਮਚ ਰਿਆੜ ਸਾਹਿਬ। ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ ਅਮਰਿੰਦਰ ਜੀ, ਇਸੇ ਮਾਮਲੇ ਤੇ ਜੋ ਰਿਆੜ ਜੀ ਨੇ ਕਿਹਾ ਕਿ ਸਾਨੂੰ ਦੂਜਿਆਂ ਤੋਂ ਖਤਰਾ ਨਹੀਂ, ਸਾਨੂੰ ਅੰਦਰੋਂ ਹੀ ਖਤਰਾ। ਜਦੋਂ ਅੰਦਰੋਂ ਖਤਰੇ ਦੀ ਗੱਲ ਕਰਦੇ ਹਾਂ, ਇਸੇ ਤਰੀਕੇ ਨਾਲ ਡਾਕਟਰ ਸੋਤਾ ਨੇ ਵੀ ਗੱਲ ਕੀਤੀ ਹੈ, ਬਰਾਗੀ ਜੀ ਨੇ ਵੀ ਗੱਲ ਕੀਤੀ ਹੈ। ਪੰਥਕ ਜਿਹੜੇ ਚੁਣੌਤੀਆਂ ਨੂੰ ਆਪਾਂ ਲੈਂਦੇ ਹਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਕਿਸੇ ਨਾ ਕਿਸੇ ਮੌਕੇ ਤੇ ਅਗਲੇ ਦਿਨਾਂ 'ਚ ਆਉਣਗੀਆਂ। ਕੀ ਜਿਹੜਾ ਹੁਣ ਜਿਸ ਤਰੀਕੇ ਨਾਲ ਖਿਲਾਰਾ ਪੈ ਰਿਹਾ, ਅਕਾਲੀ ਦਲ ਦੀ ਲੀਡਰਸ਼ਿਪ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਇਹ ਵੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਜਦੋਂ SGPC ਦੇ ਜਨਰਲ ਇਲੈਕਸ਼ਨ ਆਉਣਗੀਆਂ ਉਸ ਵੇਲੇ ਵੀ ਇਸ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੱਡੀ ਚੁਣੌਤੀ ਆ ਸਕਦੀ ਹੈ? ਇਹ ਸਥਿਤੀਆਂ ਨਹੀਂ ਰਹਿਣਗੀਆਂ ਜੋ ਅੱਜ ਹੈ। ਸਿੱਧੂ ਸਾਹਿਬ ਦੇਖੋ, ਤਿੰਨੋਂ ਹੀ ਆਪਣਾ ਜਿਹੜੇ ਬੈਠੇ ਹੈ ਪੈਨਲਿਸਟ ਮੌਜੂਦ ਮਹਿਮਾਨ, ਉਹਨਾਂ ਦੇ ਵਿਚਾਰ ਆਪਾਂ ਸੁਣੇ ਹੈ। ਤੇ SGPC ਦੀ ਜਿਹੜੀ ਤੁਸੀਂ ਜਨਰਲ ਇਲੈਕਸ਼ਨ ਦੀ ਗੱਲ ਕਰ ਰਹੇ ਹੋ, ਮੈਂ ਨਹੀਂ ਸਮਝਦਾ ਕਿ ਉਹ ਨੀਅਰ ਫਿਊਚਰ 'ਚ ਆਏਗੀ ਜਾਂ ਉਹ ਸੈਂਟਰ ਸਰਕਾਰ ਉਹਨੂੰ ਕਰਵਾਏਗੀ। ਪਰ ਜੋ ਹਾਲਾਤ ਬਣੇ ਹੋਏ ਹੈ ਅਕਾਲੀ ਦਲ ਦੇ ਅੰਦਰ ਜਾਂ ਬਾਦਲ ਅਕਾਲੀ ਦਲ ਦੇ, ਆਪਾਂ ਜੇ ਗੱਲ ਕਰੀਏ ਤੇ ਉੱਥੇ ਇੱਕ ਢੁਕਵੀਂ ਜਿਹੜੀ ਇੱਕ ਇਬਾਰਤ ਹੈ ਕਿ ਉਜੜਿਆਂ ਬਾਗਾਂ ਦੇ ਗਾਲੜ ਪਟਵਾਰੀ ਵਾਲੀ ਜਿਹੜੀ ਗੱਲ ਹੈ ਉਹ ਉੱਥੇ ਬਿਲਕੁਲ ਢੁੱਕਦੀ ਹੈ। ਤੇ ਜਿਹੜੇ ਗਾਲੜ ਹੈ ਉਹ ਪਟਵਾਰੀ ਬਣੇ ਹੋਏ ਹੈ। ਤੇ ਜਿਵੇਂ ਬੈਰਾਗੀ ਜੀ ਨੇ ਗੱਲ ਕੀਤੀ ਹੈ ਕਿ ਬਈ ਉਹ ਹਰਮੰਦਰ ਸਾਹਿਬ ਵੱਲ ਨਹੀਂ ਦੇਖਦੇ, ਉਹਨਾਂ ਦੀ ਜਿਹੜੀ ਅੱਖ ਹੈ ਉਹ ਹਰਮੰਦਰ ਸਾਹਿਬ ਵੱਲ ਹੈ ਹੀ ਨਹੀਂ ਹੈ। ਉਹਨਾਂ ਦੀ ਅੱਖ ਤਾਂ ਵਿਧਾਨ ਸਭਾ ਤੇ ਹੈ, ਉਹਨਾਂ ਦੀ ਅੱਖ ਤਾਂ ਹੈਗੀ ਹੈ ਕਿ ਪਾਰਲੀਮੈਂਟ 'ਚ ਆਪਾਂ 3-4 ਬੰਦੇ ਕਿਵੇਂ ਭੇਜਣੇ ਆਪਣੇ, ਤੇ ਉੱਥੋਂ ਆਪਾਂ ਨੇ ਆਪਣੇ ਟੱਬਰਾਂ ਲਈ ਜਿਹੜਾ ਬਿਜ਼ਨਸ ਕਿਵੇਂ ਲੈਣਾ ਹੈ। ਉੱਥੇ ਪਹੁੰਚ ਕੇ ਵੀ ਇਹ ਉਹਨਾਂ ਦੀ ਅੱਖ ਇਹ ਨਹੀਂ ਕਹਿੰਦੀ ਕਿ ਵੀ ਆਪਾਂ ਪੰਥ ਦਾ ਕੁਝ ਸਵਾਰ ਦਈਏ। ਸੋ ਜਦੋਂ ਐਸੀ ਮਾਨਸਿਕਤਾ ਦੇ ਨਾਲ ਇੱਕ ਪਾਰਟੀ ਨੂੰ ਮਤਲਬ ਚਲਾਇਆ ਜਾਂਦਾ ਹੈ ਤੇ ਉਹਦਾ ਜਿਹੜਾ ਰਿਜ਼ਲਟ ਹੈ ਸਾਡੇ ਸਾਹਮਣੇ ਹੈ। ਪਬਲਿਕ ਨੂੰ ਤੁਸੀਂ 5 ਸਾਲ ਬੇਵਕੂਫ ਬਣਾ ਲਓਗੇ, 10 ਬਣਾ ਲਓਗੇ, ਲੰਬੇ ਸਮੇਂ ਤੋਂ ਲੋਕਾਂ ਨੂੰ ਤੁਸੀਂ ਐਕਸਪਲੋਇਟ ਕਰਦੇ ਆ ਰਹੇ ਹੋ। ਤੇ ਹਾਰ ਕੇ ਪੰਜਾਬ ਦੀ ਜਨਤਾ ਨੇ ਕਹਿ ਦਿੱਤਾ ਵੀ ਇਹ ਪੰਥ ਨਹੀਂ ਹੈ। ਜਦੋਂ ਇਸ ਗੱਲ ਤੇ ਆ ਕੇ ਨਿਰਣਾ ਹੋ ਗਿਆ ਤੇ ਬੰਦੇ ਰਹਿ ਗਏ ਤਿੰਨ ਚੋਂ ਵੀ ਤਿੰਨੋਂ ਉਹਨਾਂ ਦੇ ਨਾਲ ਨਹੀਂ ਹੈ। ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਬਾਕੀ ਬੰਦੇ ਉੱਥੇ ਬੈਠੇ ਆ ਉਹ ਕਹਿੰਦੇ ਵੀ ਅਸੀਂ ਇੱਥੇ ਕਾਹਦੇ ਲਈ ਬੈਠੇ ਆ, ਜਦੋਂ ਅਸੀਂ ਜ਼ਿਆਦਾ ਟੀਚਾ ਹੀ ਪੂਰਾ ਨਹੀਂ ਹੋਣਾ ਕਦੀ ਆਉਣ ਵਾਲੇ ਨੀਅਰ ਫਿਊਚਰ ਦੇ ਵਿੱਚ। ਅਸੀਂ ਵਿਧਾਨ ਸਭਾ 'ਚ ਨਹੀਂ ਪਹੁੰਚ ਸਕਦੇ, ਅਸੀਂ ਪਾਰਲੀਮੈਂਟ 'ਚ ਨਹੀਂ ਪਹੁੰਚ ਸਕਦੇ, ਤੇ ਦਰਬਾਰ ਸਾਹਿਬ ਤਾਂ ਜਿਹੜੇ ਮਤਲਬ ਦਿੱਲੀ ਕਰਵਾਏਗੀ ਤਾਂ ਉਹ ਇਸ਼ੂ ਆਏਗਾ ਨਾ, ਪਰ ਉਹ ਦੂਜੀਆਂ ਚੋਣਾਂ ਤਾਂ ਆਣੀਆਂ ਹੀ ਆਣੀਆਂ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਮਤਲਬ ਉਹ ਜਿਹੜਾ ਕਾਫਲਾ ਵੱਧਦਾ ਜਾਏਗਾ ਅਸੀਂ ਦੇਖਾਂਗੇ। ਤੇ ਉਹ ਜਿਹੜੇ ਸੱਤਾ ਪ੍ਰਾਪਤੀ ਵਾਲਾ ਜਿਹੜਾ ਮਤਲਬ ਇੱਕ ਸਵਾਲ, ਆਈ ਐਮ ਸੌਰੀ ਵਿੱਚੋਂ ਟੋਕਣ ਲੱਗਿਆ। ਦੇਖੋ, ਕਾਫਲਾ ਵਧਣ ਦੀ ਤੁਸੀਂ ਗੱਲ ਕੀਤੀ ਹੈ, ਪਰ ਅਕਸਰ ਜਿਹੜਾ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਜਾਂ ਉਂਝ ਵੀ ਸਵਾਲ ਉੱਠਦੇ ਹੈ
ਕਿ ਜਦੋਂ ਬਾਦਲਾਂ ਦੇ ਖਿਲਾਫ ਜਿਹੜੀ ਇੱਕ ਧਿਰ ਇਕੱਠੀ ਹੁੰਦੀ ਹੈ, ਪੰਥਕ ਧਿਰ ਦੀ ਆਪਾਂ ਗੱਲ ਕਰ ਲਈਏ, ਵੱਖ-ਵੱਖ ਪੰਥਕ ਧਿਰਾਂ ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਵੀ ਕਿਸੇ ਪੱਧਰ ਤੇ ਏਕਾ ਨਹੀਂ ਹੁੰਦਾ, ਫੁੱਟ ਪਈ ਰਹਿੰਦੀ ਹੈ, ਅਲੱਗ-ਅਲੱਗ ਆਪਣੀ ਲੀਡਰਸ਼ਿਪ ਦੀ ਹਮਾਇਤ ਕਰਦੇ ਹੈ। ਉਹਦੀ ਵਜ੍ਹਾ ਕਰਕੇ ਵੀ ਜਿਹੜਾ ਹੈਗਾ ਕੋਈ ਖਾਸ ਤਬਦੀਲੀ ਨਜ਼ਰ ਨਹੀਂ ਆਉਂਦੀ। ਕਿ ਲੱਗਦਾ ਕਿ ਜਦੋਂ ਇਦਾਂ ਦੀ ਚੇਂਜ ਦੀ ਤਬਦੀਲੀ ਦੀ ਗੱਲ ਕਰਦੇ ਹਾਂ ਤਾਂ ਆਉਣ ਵਾਲੇ ਦਿਨ ਪੰਥਕ ਧਿਰਾਂ ਨੂੰ ਇਕੱਠੇ ਕਰਨ ਦੀ ਗੱਲ ਕਰਦੇ ਹਾਂ ਤਾਂ ਸਾਰੀਆਂ ਪੰਥਕ ਧਿਰਾਂ ਇੱਕ ਪਲੇਟਫਾਰਮ ਤੇ ਆ ਸਕਦੀਆਂ। ਦੇਖੋ ਹਸ਼ਰ ਪਹਿਲਾਂ ਜਿੱਦਾਂ ਹੁੰਦਾ ਰਿਹਾ ਉਦਾਂ ਹੀ ਹੋਏਗਾ। ਦੇਖੋ ਸਿੱਧੂ ਸਾਹਿਬ, ਮੈਂ ਤੁਹਾਡਾ ਸਵਾਲ ਸਮਝ ਗਿਆ। ਜੇ ਜੋ ਵਿਚਾਰ ਰਿਆੜ ਸਾਹਿਬ ਨੇ ਰੱਖੇ ਹੈ ਕਿ ਪਹਿਲਾਂ ਜਿਹੜੀਆਂ ਬਗਾਵਤਾਂ ਹੋਈਆਂ ਉਹ ਮੁੜ ਕੇ ਵਾਪਸ ਅਕਾਲੀ ਦਲ 'ਚ ਆ ਗਏ, ਉਹਦੇ ਲਈ ਮੈਂ ਸਮਝਦਾ ਕਿ ਉਹ ਸਿਨੈਰੀਓ ਡਿਫਰੈਂਟ ਸੀਗੇ, ਉਹਨੂੰ ਹਾਲਾਤ ਹੋਰ ਸੀਗੇ। ਅੱਜ ਦੇ ਹਾਲਾਤ ਬਿਲਕੁਲ ਹੋਰ ਹੈ, ਬਦਲੇ ਹੋਏ ਹੈ, ਬਿਲਕੁਲ ਹਾਲਾਤ ਬਦਲੇ ਹੋਏ ਹੈ। ਅੱਜ ਜਿਹੜੀ ਅਕਾਲੀ ਲੀਡਰਸ਼ਿਪ ਹੈਗੀ ਹੈ ਉਹ ਆਪਣੇ ਵਿਵੇਕ ਨਾਲ ਕੰਮ ਨਹੀਂ ਕਰ ਰਹੀ। ਉਹਨਾਂ ਦਾ ਜਿਹੜਾ ਟੱਬਰ ਹੈ ਬਹੁਤ ਜ਼ਿਆਦਾ ਭਾਰੂ ਹੋ ਚੁੱਕਿਆ ਹੈ। ਤੇ ਜਿਵੇਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੇਰੀ ਲੜਾਈ ਤਾਂ ਹਰਸਿਮਰਤ ਕੌਰ ਨਾਲ ਹੋਈ ਸੀਗੀ ਤੇ ਸੁਖਬੀਰ ਨੇ ਮੈਨੂੰ ਕਿਉਂ ਸਾਈਡ ਲਾਈਨ ਕੀਤਾ। ਸੋ ਜਦੋਂ ਡਾਇਰੈਕਸ਼ਨ ਉੱਥੋਂ ਚੱਲ ਰਹੀ ਹੈ ਤੇ ਇਹ ਜਿਹੜਾ ਮਤਲਬ ਕਾਫਲਾ ਵਧੇਗਾ। ਸੋ ਉਹ ਉਦੋਂ ਮਤਲਬ ਇੱਕ ਤਾਂ ਮੀਡੀਆ ਇੰਨਾ ਸਟਰੋਂਗ ਨਹੀਂ ਸੀ, ਪਬਲਿਕ ਦੇ ਕੋਲ ਇੰਨੀਆਂ ਫੈਸਿਲਿਟੀਜ਼ ਨਹੀਂ ਸੀ, ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ। ਇੱਕ ਇਲੂਜਨ ਕ੍ਰੀਏਟ ਕੀਤਾ ਹੋਇਆ ਸੀ ਕਿ ਅਸੀਂ ਉਹ ਪੰਥ ਹੈਗੇ। ਉਹ ਇਲੂਜਨ ਜਿਹੜਾ ਉਹ ਸ਼ੈਟਰ ਹੋ ਚੁੱਕਿਆ ਹੈ ਤੇ ਲੋਕਾਂ ਨੂੰ ਅੱਜ ਇਹ ਚੀਜ਼ ਸਮਝ ਆ ਚੁੱਕੀ ਹੈ ਵੀ ਇਹ ਪੰਥ ਨਹੀਂ ਹੈ ਤੇ ਇਹਦਾ ਅਸਰ ਜਿਹੜਾ ਹੋਇਆ ਅਸੀਂ ਦੇਖਿਆ। ਤੇ ਉਹ ਗ੍ਰਾਫ ਡਿੱਗਦਾ ਅੱਜ 3 ਤੇ ਆ ਗਿਆ ਤੇ ਅਗਲੀ ਇਲੈਕਸ਼ਨ 'ਚ ਆਪਾਂ ਦੇਖਾਂਗੇ ਸ਼ਾਇਦ ਉਹ 0 ਹੋ ਜਾਏ। ਤੇ ਇਸ ਕਰਕੇ ਇਹ ਸਾਰੇ ਲੋਕੀ ਜਿਹੜੇ ਆ ਉੱਥੋਂ ਛੱਡ ਕੇ ਹੁਣ ਜਾ ਰਹੇ ਆ ਤੇ ਇਹ ਜਿਹੜੇ ਜਿਨ੍ਹਾਂ ਦੇ ਜਾਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਇਹ ਵੱਧਦੀ ਪਿਛਲੇ 10 ਦਿਨਾਂ ਦੇ ਵਿੱਚ ਹੀ ਆਪਾਂ ਦੇਖਿਆ ਕਿ ਬਈ ਗਿਣਤੀ ਜਿਹੜੀ ਆ 25-30 ਤੇ ਪਹੁੰਚ ਗਈ ਹੈ ਤੇ ਆਉਣ ਵਾਲੇ ਦਿਨਾਂ 'ਚ ਹੋਰ ਲੰਬਾ ਕਾਫਲਾ ਹੋਏਗਾ। ਜੀ ਅਮਰਿੰਦਰ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਬਰਾਗੀ ਜੀ, ਇੱਕ ਹੋਰ ਅਹਿਮ ਮਾਮਲਾ ਲਗਾਤਾਰ ਹੀ ਜਦੋਂ ਆਪਾਂ ਇਹਨਾਂ ਮਾਮਲਿਆਂ ਤੇ ਸਵਾਲ ਲੈਂਦੇ ਹਾਂ ਤਾਂ ਜਿਸ ਮੁੱਦੇ ਤੇ ਮੈਂ ਤੁਹਾਡਾ ਸਵਾਲ ਲੈਣਾ ਚਾਹੁੰਦਾ ਉੱਠਦਾ ਰਹਿੰਦਾ, ਉਹ ਇਹ ਹੈ ਕਿ ਜਿਹੜੇ ਵੀ ਅਕਾਲੀ ਦਲ 'ਚੋਂ ਬਗਾਵਤ ਕਰਦੇ ਆ, ਚਾਹੇ ਢੀਂਡਸਾ ਦੀ ਗੱਲ ਕਰ ਲਈਏ, ਚਾਹੇ ਦੂਜੇ ਆਗੂਆਂ ਦੀ ਗੱਲ ਕਰ ਲਈਏ, ਜੀ ਬੀਬੀ ਜਗੀਰ ਕੌਰ ਨੇ ਇਲੈਕਸ਼ਨ ਲੜੀ SGPC ਦੀ, ਉਹਨਾਂ ਦੀ ਗੱਲ ਕਰ ਲਈਏ, ਅਕਸਰ ਅਕਾਲੀ ਦਲ ਵੱਲੋਂ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਭਾਜਪਾ ਦੀ ਹਮਾਇਤ ਹੈ। ਕੁਝ ਜ਼ਮਾਨਾ ਸੀ ਜਦੋਂ ਅਕਾਲੀ ਦਲ ਵੱਲੋਂ ਕਿਹਾ ਜਾਂਦਾ ਸੀ ਜੀ ਇਹਨਾਂ ਨੂੰ ਕਾਂਗਰਸ ਦੀ ਇੱਕ ਮਿਹਣਾ ਦਿੱਤਾ ਜਾਂਦਾ ਸੀਗਾ ਕਿ ਜੀ ਤਾਂ ਹੁਣ ਕਾਂਗਰਸ ਨਾਲ ਰਲ ਗਏ ਹੈ, ਤੇ ਹੁਣ ਇਹ ਭਾਜਪਾ ਲਈ ਕਿਹਾ ਜਾਂਦਾ ਹੈ। ਕੀ ਲੱਗਦਾ ਕਿ ਜਿਹੜੇ ਬਗਾਵਤ ਕਰਦੇ ਆ ਜਾਂ ਵੱਖਰੀ ਸੁਰ ਰੱਖਦੇ ਆ ਉਹ ਵਾਕਈ ਭਾਜਪਾ ਇੰਨੀ ਤਕੜੀ ਹੋ ਗਈ ਹੈ ਪੰਥ ਦੇ ਅੰਦਰ ਜਿਹੜੀ ਹੈਗੀ ਹੈ ਬਗਾਵਤ ਕਰਵਾ ਰਹੀ ਹੈ? ਸੋ ਬੜੀ ਹੈਰਾਨੀ ਦੀ ਗੱਲ ਹੈ ਜੇ ਭਾਜਪਾ ਦੀ ਹਮਾਇਤ ਹੈ ਵੀ ਸੋ ਵਟ, ਤਾਂ ਕੀ ਆ? ਜੇ ਤੁਹਾਡਾ ਮਕਸਦ ਹੀ ਰਾਜ ਸੱਤਾ ਪ੍ਰਾਪਤ ਕਰਨਾ, ਭਾਜਪਾ ਵੀ ਇੱਕ ਪੋਲੀਟੀਕਲ ਪਾਰਟੀ ਆ, ਤੁਸੀਂ ਵੀ ਇੱਕ ਪੋਲੀਟੀਕਲ ਪਾਰਟੀ ਹੋ। ਜੇ ਤੁਹਾਡੇ 'ਚ ਫੈਕਸ਼ਨ ਪੈ ਗਿਆ, ਇੱਕ ਗਰੁੱਪ ਅੱਡ ਹੋ ਗਿਆ, ਜੇ ਉਹਨੂੰ ਭਾਜਪਾ ਇੰਡੋਰਸ ਕਰ ਵੀ ਰਹੀ ਆ, ਕਾਂਗਰਸ ਇੰਡੋਰਸ ਕਰ ਵੀ ਰਹੀ ਆ, ਹਮਾਇਤ ਕਰ ਵੀ ਰਹੀ ਆ, ਸੋ ਬਟ ਹਾਂ ਕੁਐਸਚਨ ਉੱਥੇ ਉੱਠਦਾ ਜੇ ਪੈਨੀਟ੍ਰੇਸ਼ਨ ਕਰ ਰਹੇ ਹੋ ਤੁਹਾਡੇ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਦੇ ਵਿੱਚ, ਜੋ ਮੈਨੇਜਮੈਂਟ ਵਿੱਚ ਕਿਤੇ ਨਾ ਕਿਤੇ ਭਾਜਪਾ ਜਾਂ ਕਾਂਗਰਸ ਪੈਨੀਟ੍ਰੇਟ ਕਰ ਰਿਹਾ, ਦੈਨ ਕੁਐਸਚਨ ਉੱਠ ਰਿਹਾ ਵਾ। ਜੇ ਤੁਸੀਂ ਰਾਜ ਸੱਤਾ ਲਈ ਤੁਰੇ ਹੋ ਤੇ ਰਸਤੇ ਵਿੱਚ ਤੁਹਾਨੂੰ ਭਾਜਪਾ ਸ਼ਾਬਾਸ਼ੇ ਦੇ ਰਹੀ ਆ ਤਾਂ ਮੈਨੂੰ ਲੱਗਦਾ ਉਹਦੇ ਵਿੱਚ ਕੋਈ ਬੁਰਾਈ ਵਾਲੀ ਜਾਂ ਕੋਈ ਮਾੜੀ ਗੱਲ ਨਹੀਂ। ਸਟੇਟਮੈਂਟ ਇੱਕ ਗੁੰਮਰਾਹ ਕਰਨ ਨੂੰ ਦਿੱਤੀ ਜਾਂਦੀ ਆ, ਬਈ ਜੀ ਇਹ ਫਲਾਣੇ ਥਾਂ ਚਲੇ ਗਏ ਜੀ, ਤਿਮਕੇ ਚਲੇ ਜਾਏ। ਇਹ ਸਿਰਫ ਕਹਿਣ ਲਈ ਗੱਲਾਂ, ਦੇਣ ਲਈ ਗੱਲਾਂ, ਸਟੇਟਮੈਂਟਾਂ ਦੇਣ ਨਹੀਂ। ਵੱਡੀ ਗੱਲ, ਵੱਡਾ ਕੁਐਸਚਨ ਜਿਹੜਾ ਸਿਸਟਮ ਮੇਰੇ ਮਾਈਂਡ 'ਚ ਕਲਿੱਕ ਕਰ ਰਿਹਾ, ਉਹ ਅੱਜ ਲੋੜ ਹੈਗੀ ਆ ਪੰਥ ਨੂੰ ਡਿਫਾਈਨ ਕਰਨ ਦੀ। ਜਿਹੜਾ ਫੈਕਸ਼ਨ ਅੱਡ ਹੋ ਰਿਹਾ ਉਹ ਪੰਥ ਨੂੰ ਇੱਕ ਦਾਇਰੇ ਦੇ ਵਿੱਚ ਰੱਖ ਕੇ ਅੱਡ ਹੋ ਰਿਹਾ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਖੂਬਸੂਰਤੀ ਕੀ ਆ? ਮੈਂ ਲੈਂਸ ਲਾ ਰਿਹਾ, ਮੈਂ ਪੋਲੀਟੀਕਲ ਲੈਂਸ ਦੇ ਨਾਲ ਮੈਂ ਉਸ ਚੀਜ਼ ਨੂੰ ਦੇਖ ਰਿਹਾ। ਉਹਦੀ ਖੂਬਸੂਰਤੀ ਇਹ ਆ, ਉਹ ਮੇਰੇ ਵਰਗਿਆਂ ਨੂੰ ਵੀ ਐਕਸੈਪਟ ਕਰ ਰਹੇ ਆ। ਉਹ ਅੱਜ ਸ਼ਰਮਿਆਂ ਨੂੰ, ਅੱਜ ਬਰਮਿਆਂ ਨੂੰ ਅੱਜ ਜਗ੍ਹਾ ਦੇ ਰਹੇ ਆ, ਕਿਉਂਕਿ ਉਹ ਪਿਓਰਲੀ ਇੱਕ ਰਾਜਸੀ ਪਾਰਟੀ ਬਣ ਕੇ ਚੱਲ ਰਹੇ ਆ। ਤੇ ਜਿਹੜਾ ਫੈਕਸ਼ਨ ਅੱਡ ਹੋ ਰਿਹਾ ਉਹ ਧਾਰਮਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਿਹਾ ਵੀ ਪੰਥ ਦੇ ਨਾਂ ਤੇ, ਜਿਵੇਂ ਪਹਿਲਾਂ ਹੁੰਦਾ ਰਿਹਾ ਵੀ ਸ਼ਾਇਦ ਅਸੀਂ ਆਪਦੀ ਇੱਕ ਰਾਜਨੀਤਿਕ ਜ਼ਮੀਨ ਜਾਂ ਰਾਜਨੀਤਿਕ ਪੜਾਅ ਬਣ ਸਕੀਏ। ਪਰ ਅੱਜ ਦੀ ਜਿਹੜੀ ਸੋਸ਼ੀਓ ਪੋਲੀਟੀਕਲ ਹੈਗੀ ਆ, ਇੱਕ ਸੈਂਸ ਹੈਗੀ ਆ, ਮੈਨੂੰ ਲੱਗਦਾ ਇਹ ਮੁਸ਼ਕਲ ਹੈਗਾ ਵਾ। ਕਿਉਂਕਿ ਅੱਜ ਜੇ ਤੁਸੀਂ ਰਾਜ ਸੱਤਾ ਦੀ ਪ੍ਰਾਪਤੀ, ਜੇ ਤੁਸੀਂ ਡੈਮੋਕ੍ਰੇਸੀ ਲਈ ਖੇਲਣਾ ਤਾਂ ਕਿਤੇ ਨਾ ਤੁਹਾਨੂੰ ਇੱਕ ਰੈਸ਼ਨਲ ਹੋਣਾ ਪੈਣਾ ਟੂਵਰਡਸ ਐਵਰੀ ਰੀਜ਼ਨਸ। ਤੁਹਾਨੂੰ ਸਾਰੇ ਧਰਮਾਂ ਨੂੰ ਕਲਾਵੇ ਦੇ ਵਿੱਚ ਲੈ ਕੇ ਚੱਲਣਾ ਪੈਣਾ, ਨਹੀਂ ਤਾਂ ਹਸ਼ਰ ਕੀ ਹੁੰਦਾ ਵਾ ਜਿਹੜਾ ਸਿਰਫ ਤੇ ਸਿਰਫ ਆਪਾਂ ਉਸ ਚੀਜ਼ ਨੂੰ ਦੇਖ ਹੀ ਰਹੇ ਆ, ਮਹਿਸੂਸ ਕਰ ਰਹੇ ਆ। ਬਿਲਕੁਲ, ਜਿਹੜਾ ਹੈਗਾ ਇਸ ਮੁੱਦੇ ਤੇ ਆਪਾਂ ਚਰਚਾ ਪਹਿਲਾਂ ਵੱਖ-ਵੱਖ ਮੌਕਿਆਂ ਤੇ ਕਰਦੇ ਰਹਿੰਦੇ ਹਾਂ। ਡਾਕਟਰ ਸਹੂਤਾ, ਜਦੋਂ ਆਪਾਂ ਪੋਲੀਟੀਕਲ ਤੌਰ ਤੇ ਗੱਲ ਕਰਦੇ ਹਾਂ, ਜਿੱਦਾਂ ਬਰਾਗੀ ਜੀ ਨੇ ਕਿਹਾ, ਕਦੇ ਜ਼ਮਾਨਾ ਸੀਗਾ ਜਦੋਂ ਅਕਾਲੀ ਦਲ ਕਹਿੰਦਾ ਸੀ ਸਾਡਾ 9 ਮਾਸ ਦਾ ਰਿਸ਼ਤਾ ਹੈ। ਹੁਣ ਜੇ ਅਕਾਲੀ ਦਲ ਦੇ ਅੰਦਰ ਪੋਲੀਟੀਕਲ ਤੌਰ ਤੇ ਕੋਈ ਬਗਾਵਤ ਕਰਦਾ, ਆਪਾਂ ਧਾਰਮਿਕ ਅਕੀਦੇ ਦੀ, ਧਾਰਮਿਕ ਮੁੱਦੇ ਦੀ ਗੱਲ ਜੇ ਨਾ ਵੀ ਕਰੀਏ ਤਾਂ ਵੀ ਉਹਦੇ ਤੇ ਜਿਹੜਾ ਹੈਗਾ ਠੱਪਾ ਹੀ ਲਾਇਆ ਜਾਂਦਾ ਕਿ ਭਾਜਪਾ ਦੇ ਵੱਲੋਂ ਇਹ ਬਗਾਵਤ ਕਰਵਾਈ ਜਾਂਦੀ ਹੈ। ਤੁਹਾਨੂੰ ਲੱਗਦਾ ਕਿ ਭਾਜਪਾ ਇੰਨੀ ਤਕੜੀ ਹੋ ਗਈ ਹੈ ਕਿ ਜਿਹੜੇ ਜੋ ਵੀ ਅਕਾਲੀ ਦਲ ਦੇ ਆਗੂ ਹੈਗੇ ਉਹ ਛੱਡ ਕੇ ਜਾਂਦੇ ਆ ਤਾਂ ਉਹਦੇ ਪਿੱਛੇ ਭਾਜਪਾ ਕੰਮ ਕਰਦੀ ਹੈ, ਜਾਂ ਇਹੋ ਜਿਹੀਆਂ ਸਥਿਤੀਆਂ ਬਣਦੀਆਂ ਨਜ਼ਰ ਆਉਂਦੀਆਂ ਪੰਜਾਬ 'ਚ?
ਮੈਂ ਹੈਰਾਨ ਆ ਕਿ ਜਿਹੜੇ ਆਪ ਹੀ ਪਿੱਠ ਲੱਗ ਬਣ ਕੇ ਰਹੇ ਲੋਕੀ, ਉਹ ਹੁਣ ਦੂਸਰਿਆਂ ਤੇ ਜਿਹੜਾ ਹੈਗਾ ਬਲੇਮ ਕਰਦੇ ਨੇ। ਜੀ। ਭਾਜਪਾ ਤਕੜੀ ਹੋ ਗਈ, ਸਾਨੂੰ ਤਾਂ ਕਿਤੇ ਭਾਜਪਾ ਤਕੜੀ ਨਜ਼ਰ ਨਹੀਂ ਆਉਂਦੀ, ਕਿਉਂਕਿ ਜਿਹੜਾ ਪੰਥ ਹੈ ਉਹ ਤਾਂ ਆਪਣੇ ਆਪ 'ਚ ਹੀ ਗੁਰੂ ਸਾਹਿਬ ਨੇ ਵਿਰਸੋਇਆ ਤਕੜਾ ਹੈਗਾ। ਗੁਰੂ ਸਾਹਿਬ ਨੇ ਤਾਂ ਕੋਈ ਵਿਤਕਰਾ ਪਾਇਆ ਹੀ ਨਹੀਂ, ਇਹ ਤਾਂ ਇਹਨਾਂ ਨੇ ਆਪਣੇ ਨਿੱਜੀ ਸਵਾਰਥਾਂ ਵਾਸਤੇ ਸਿੱਧੂ ਸਾਹਿਬ ਵਿਤਕਰੇ ਪਾਏ ਨੇ। ਗੁਰੂ ਸਾਹਿਬ ਦਾ ਸੰਦੇਸ਼ ਤਾਂ ਹੈਗਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਏਕ ਪਿਤਾ ਏਕ ਸਕੇ ਹਮ ਬਾਰਕ। ਉਹ ਤਾਂ ਕਹਿੰਦੇ ਨੇ ਕਿ ਤੁਸੀਂ ਦੋ ਹੈ ਹੀ ਨਹੀਂ, ਇੱਕ ਦੀ ਗੱਲ ਕੀਤੀ ਹੈ। ਲੇਕਿਨ ਇਹਨਾਂ ਦਾ ਕੀ ਹੈਗਾ ਕਿ ਬਲੇਮ ਕਰੋ, ਉਹਨਾਂ ਨੂੰ ਲੈਟ ਡਾਊਨ ਕਰੋ। ਇਹ ਗੱਲ ਜਿਹੜੀ ਹੈਗੀ ਹੈ, ਜਿਸ ਤਰ੍ਹਾਂ ਵੈਰਾਗੀ ਸਾਹਿਬ ਕਹਿੰਦੇ ਨੇ ਕੋਈ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ, ਉਹ ਜਿਹੜੇ ਬਲੇਮ ਕਰਦੇ ਉਹਨਾਂ ਨੂੰ ਵੱਧ ਪਤਾ, ਕਿਉਂਕਿ ਉਹ ਆਪ ਇਸੇ ਤਰ੍ਹਾਂ ਰੋਟੀਆਂ ਸੇਕਦੇ ਰਹੇ ਨੇ, ਲੋਕਾਂ ਦਾ ਬੇਵਕੂਫ ਬਣਾਉਂਦੇ ਰਹੇ ਨੇ। ਲੇਕਿਨ ਮੈਨੂੰ ਲੱਗਦਾ ਹੈ ਕਿ ਜੇ ਕਿਸੇ ਨੇ ਜੇ ਕਿਸੇ ਨੇ ਆਪਣੀ ਸੱਚੀ ਗੱਲ ਕਹਤੇ, ਹੁਣ ਬੀਬੀ ਜੀ ਦੀ ਗੱਲ ਲੈ ਲਓ, ਜੋ ਬੀਬੀ ਜੀ ਨੇ ਜਦੋਂ ਇਲੈਕਸ਼ਨ ਲੜੀ, ਜੋ ਅਸੀਂ ਮੀਡੀਆ ਤੇ ਸੁਣਿਆ, ਜੋ ਉਹਨਾਂ ਨੇ ਗੱਲਾਂ ਕੀਤੀਆਂ ਕਿ ਮੈਨੂੰ ਤਾਂ ਇਸ ਤਰ੍ਹਾਂ ਹੀ ਕਰਦੇ ਸੀਗੇ, ਮੈਂ ਆਹ ਗੱਲ ਤੋਂ ਰੋਕਿਆ, ਤਾਂ ਉਹ ਕਹਿੰਦੇ ਤੁਸੀਂ ਬੋਲ ਹੀ ਨਹੀਂ ਸਕਦੇ। ਉਹ ਕਹਿੰਦੇ ਕਿ ਜਿੱਥੇ ਮੈਂ ਖੜਾ ਉੱਥੇ ਇਹਦੀ ਫੋਟੋ ਹੀ ਨਹੀਂ ਹੋਣੀ ਚਾਹੀਦੀ। ਜਿਹੜਾ ਗੁਰੂ ਮਹਾਰਾਜ ਦਾ ਸ਼ਬਦ ਲਿਖਿਆ ਹੋਇਆ ਸੀਗਾ ਸੁਲਤਾਨਪੁਰ ਲੋਧੀ, ਉਹਦੇ ਵਿੱਚ ਰਾਤੋਂ ਰਾਤ ਚੇਂਜ ਕਰਤੀ। ਮਤਲਬ ਇੰਨੀ ਆਟੋਕ੍ਰੇਸੀ, ਇੰਨੀ ਡਿਕਟੇਟਰਸ਼ਿਪ। ਇਸ ਕਰਕੇ ਗੁਰੂ ਸਾਹਿਬ ਦੇ ਅਕੀਦੇ ਤੋਂ ਤਾਂ ਕੋਹਾਂ ਦੂਰ ਨੇ। ਬਾਕੀ ਕੌਣ ਕਿਸੇ ਨੂੰ ਮਦਦ ਕਰਦਾ ਹੈ, ਇਹਦੇ ਵਿੱਚ ਜਾਣ ਨਾਲੋਂ ਕਹਿੰਦੇ ਹੁੰਦੇ ਆ ਕਿ ਆਪਣੇ ਇੰਟਰੋਸਪੈਕਸ਼ਨ ਕਰਨ ਦੀ ਲੋੜ ਆ, ਆਪਣੇ ਗਲਮੇ ਅੰਦਰ ਝਾਕਣ ਦੀ ਲੋੜ ਹੈ। ਗੁਰੂ ਸਾਹਿਬ ਨੇ ਤਾਂ ਏਕ ਪਿਤਾ ਏਕ ਸਕੇ ਹਮ ਬਾਰਕ ਦਾ ਸੁਨੇਹਾ ਦਿੱਤਾ ਕਿ ਸਭ ਦਾ ਇੱਕੋ ਹੀ ਸਾਈਂ ਹੈਗਾ, ਤੇ ਉਹਦੇ ਵਿੱਚ ਕੋਈ ਵਿਤਕਰਾ ਨਹੀਂ ਹੈਗਾ। ਵਿਤਕਰਾ ਪਾਉਣ ਵਾਲੇ ਇਹੀ ਲੋਕ ਨੇ ਜਿਨ੍ਹਾਂ ਨੇ ਵਪਾਰ ਕਰਨੇ ਨੇ, ਜਿਨ੍ਹਾਂ ਨੇ ਅੱਜ ਤੱਕ ਸਿੱਖ ਪੰਥ ਨੂੰ ਬੇਵਕੂਫ ਸਮਝ ਕੇ, ਉਹਨਾਂ ਨੂੰ ਇਹ ਸਮਝ ਕੇ ਬੇਸਮਝ ਨੇ, ਇਹਨਾਂ ਨੇ ਵੇਚਿਆ ਪੰਥ ਨੂੰ। ਕਰੈਕਟ, ਯੂ ਹੈਵ ਸੈਡ ਥੀਸ ਵਰਡਸ। ਵੇਚ ਕੇ ਆਪਣੇ ਜਿਹੜੇ ਸੀ ਵਪਾਰ ਦੇਸ਼ ਪ੍ਰਦੇਸ਼ ਚ ਚਲਾਏ, ਔਰ ਪੰਜਾਬ ਨੂੰ ਸਦਾ ਕਮਜ਼ੋਰ ਕੀਤਾ। ਤੁਸੀਂ ਦੇਖੋ ਅੱਜ ਕਿਸਾਨ ਕਿੱਥੇ ਆ, ਅੱਜ ਮਜ਼ਦੂਰ ਕਿੱਥੇ ਆ, ਅੱਜ ਜਿਹੜਾ ਹੈਗਾ ਸਿੱਖ ਪੰਥ ਜਿਹੜਾ ਪਿੰਡਾਂ 'ਚ ਬੈਠੇ ਨੇ ਉਹ ਕਿੱਥੇ ਨੇ, ਅੱਜ ਕਿੱਥੇ ਨੇ ਸਾਡੇ ਬੱਚੇ, ਕਿੱਥੇ ਗਈਆਂ ਪਗੜੀਆਂ। ਗੁਰੂ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਕਾਬਲ ਕੰਧਾਰ ਤੱਕ ਲੋਕੀ ਪੱਗ ਬੰਨ੍ਹਦੇ ਸੀ। ਹਿੰਦੂ ਜਿਹੜਾ ਮੁਸਲਮਾਨ ਸੀ, ਸਿੱਖ ਸੀ, ਉਹਨਾਂ ਦਾ ਭਾਈਚਾਰਾ ਸੀਗਾ, ਉਹ ਇੱਕ ਦੂਸਰੇ ਨੂੰ ਚੰਗੀ ਨਜ਼ਰ ਨਾਲ ਦੇਖਦੇ ਸੀ, ਦੁੱਖ ਦੇ ਸਾਂਝੇ ਹੁੰਦੇ ਸੀ। ਇਹਨਾਂ ਨੇ ਕੰਧਾਂ ਖੜੀਆਂ ਕਰਤੀਆਂ। ਕਿਉਂ ਕੰਧਾਂ ਖੜੀਆਂ ਕਰਤੀਆਂ? ਪੰਜਾਬੀ ਸੂਬੀ ਬਣਾ ਕੇ ਇੱਕ ਪਾਸੇ ਕਰਤਾ, ਕਿਉਂਕਿ ਸਾਡਾ ਹੀ ਸਤਾ ਰਹੇ, ਉਹਦੇ ਵਿੱਚੋਂ ਦੱਸਾ ਖੱਟਿਆ ਕੀ, ਸਾਨੂੰ ਤਾਂ ਸਮਝ ਨਹੀਂ ਆਉਂਦੀ। ਅੱਜ ਤੱਕ ਸਿੱਧੂ ਸਾਹਿਬ ਰੱਜ ਕੇ ਨੁਕਸਾਨ ਕੀਤਾ ਹੈ। ਹੁਣ ਇਸ ਤੋਂ ਅੱਗੇ ਮੇਰਾ ਖਿਆਲ ਹੈ ਗੁਰੂ ਮਹਾਰਾਜ ਮਿਹਰ ਕਰਨਗੇ, ਇਹ ਤੋਂ ਅੱਗੇ ਸ਼ਾਇਦ ਕੁਛ ਨਾ ਵਧਿਆ ਜਾਵੇ। ਮਿਹਰਬਾਨੀ ਰਾਗੀ ਸਾਹਿਬ। ਮੈਂ ਜਦੋਂ ਸੁਣ ਰਿਹਾ ਸੀਗਾ ਵੀ ਇੱਕ ਵਾਕ ਚੇਂਜ ਹੋ ਰਿਹਾ, ਸੌਰੀ ਸ਼ਾਇਦ ਮੈਟਰ ਆਫ ਕੰਟਰੋਵਰਸੀ ਬਣ ਜਾਵੇ, ਤੇ ਸ਼ਾਇਦ ਠੀਕ ਵੀ ਨਹੀਂ ਲੱਗਦਾ। ਕਈ ਪੰਥਕ ਨੁਮਾਇੰਦਿਆਂ ਦੇ ਸ਼ਾਇਦ ਗਲੇ ਤੋਂ ਗੱਲ ਉਤਰੇ ਬਿਨਾ। ਮੈਂ ਬਾਹਲਾ ਨਹੀਂ, ਥੋੜ੍ਹੇ ਸਮਾਂ ਪਹਿਲਾਂ ਬਾਣੀ ਪੜ੍ਹਨੀ ਸ਼ੁਰੂ ਕੀਤੀ, ਉਹਨੂੰ ਦੇਖਣਾ ਸ਼ੁਰੂ ਕੀਤਾ, ਉੱਤੇ ਅਮਲ ਕਰਨਾ ਸ਼ੁਰੂ ਕੀਤਾ, ਤੇ ਮੈਂ ਹੈਰਾਨ ਹਾਂ ਵੀ ਸੋਭਾ ਸਿੰਘ ਦੁਆਰਾ ਬਣਾਇਆ ਗਿਆ ਇੱਕ ਚਿੱਤਰ ਮੇਰੇ ਬਾਬੇ ਨਾਨਕ ਦਾ, ਕਿਤੇ ਕੋਈ ਸਬ ਕਮੇਟੀ ਕਨਸਟੀਟਿਊਟ ਹੋਈ ਆ ਜਿਹਨੇ ਉਸ ਚਿੱਤਰ ਦੀ ਰਿਜ਼ੈਂਬਲੈਂਸ ਉਸ ਬਾਣੀ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਮੇਰਾ ਬਾਬਾ ਨਾਨਕ ਤਾਂ ਇਹੋ ਜਿਹਾ ਨਹੀਂ ਸੀਗਾ, ਉਹ ਤਾਂ ਕਿਤੇ ਮਾਲਾ ਫੜ ਕੇ ਜਿੰਨਾ ਕੁ ਮੈਨੂੰ ਲੱਗ ਰਿਹਾ ਪਤਾ ਨਹੀਂ ਸੀ ਬੈਠਾ। ਸਾਡੇ ਨਿਗਾਰ ਦਾ ਪਤਨ, ਅਸੀਂ ਉਹ ਪੰਡਤ ਪੁਣੇ ਲਈ ਚਲੇ ਗਏ ਹਾਂ। ਅਸੀਂ ਇੱਕ ਮੈਂ ਸੌਰੀ, ਉਹ ਮੈਨੂੰ ਸ਼ਬਦ ਮੇਰੇ ਜ਼ਿਹਨ 'ਚ ਹੈਗੇ, ਸ਼ਾਇਦ ਮੈਂ ਬੋਲੂੰਗਾ ਤਾਂ ਉਹ ਬੜਾ ਗਲਤ ਜੇ ਸ਼ਾਇਦ ਕਈਆਂ ਨੂੰ ਨਾ ਸਹੀ ਲੱਗੇ ਤੇ ਬਹੁਤ ਮੇਰੇ ਨਾਲ ਸਹਿਮਤ ਵੀ ਹੋਣ। ਸਾਡੇ ਪੰਥਕ ਜਿਹੜਾ ਸੋ ਕਾਲਡ ਹੈਗੇ ਨਿਗਾਰ ਦਾ ਕਾਰਨ ਹੀ ਇਹ ਆ ਵੀ ਅਸੀਂ ਡਾਇਰੈਕਸ਼ਨ ਹੋਰ ਫੜ ਲਈ। ਸਾਡਾ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਤਾਂ ਕੁਝ ਹੋਰ ਕਹਿ ਰਿਹਾ ਸੀ, ਅਸੀਂ ਬਾਬੇ ਦੀ ਤਸਵੀਰ ਦੀ ਵੀ ਰਿਜ਼ੈਂਬਲੈਂਸ ਉਸ ਸਿੱਖਿਆ ਦੇ ਨਾਲ ਨਹੀਂ ਕਰ ਪਾਏ। ਮੇਰਾ ਬਾਬਾ ਤਾਂ ਖੇਤੀ ਕਰਨ ਵਾਲਾ ਸੀਗਾ, ਅਸੀਂ ਉਹਨੂੰ ਇੱਕ ਸ਼ੇਰ ਦੀ ਖਾਲ ਤੇ ਬਿਠਾਤਾ। ਮੈਨੂੰ ਨਹੀਂ ਲੱਗਦਾ ਬਾਬਾ ਨਾਨਕ ਕਿਤੇ ਕਿਸੇ ਜਾਨਵਰ ਦੇ ਮੇ, ਸੌਰੀ ਸ਼ਾਇਦ ਮੈਂ ਉਹਨਾਂ ਵਿਦਵਾਨ ਤਾਂ ਨਹੀਂ, ਪਰ ਇਹ ਗੱਲਾਂ ਸਾਰੀਆਂ ਹੀ ਆ ਜਦੋਂ ਤੁਸੀਂ ਇਹਨੂੰ ਅਸੈਂਬਲ ਕਰਕੇ ਦੇਖੋਗੇ, ਜਿਹੜਾ ਜਿਸ ਕਰਕੇ ਅੱਜ ਸਾਡੀ ਨਸਲ ਤੇ ਸਾਡੀ ਜਿਹੜੀ ਹੈਗੀ ਆ ਅਸਲ ਤੇ ਸਾਡੀ ਕਿਸਾਨੀ ਤੇ ਜਮਾਨੀ ਪਤੀਤ ਹੋਈ ਆ। ਸਿਰਫ ਤੇ ਸਿਰਫ ਇੱਕ ਡਾਇਰੈਕਸ਼ਨ ਸੀ ਜਿਹੜੀ ਅਸੀਂ ਵਾਕਿਆ ਹੀ ਇੱਕ ਦੁਕਾਨਦਾਰੀ ਵਾਲੇ ਪਾਸੇ ਚਲੇ ਗਏ ਤੇ ਅਸੀਂ ਅਮਲ ਘਟਾਤਾ। ਥੈਂਕ ਯੂ।
ਡਾਕਟਰ ਸਾਹਿਬ ਵੱਡਾ ਸਵਾਲ ਤੁਹਾਡੇ ਤੋਂ ਇਸ ਮੁੱਦੇ ਤੋਂ ਮੈਂ ਜ਼ਰੂਰ ਲੈਣਾ ਚਾਹਾਂਗਾ। ਜਿੱਦਾਂ ਮੈਂ ਪਹਿਲਾਂ ਕਮੈਂਟ ਕੀਤਾ ਹੈ ਕਿ ਤੁਸੀਂ ਦਹਾਕਿਆਂ ਤੋਂ ਗੁਰਦੁਆਰਾ ਸਾਹਿਬਾਨ 'ਚ ਸੇਵਾ ਕਰਦੇ ਆ ਰਹੇ ਹੋ। ਜੋ ਅਕਾਲੀ ਲੀਡਰਸ਼ਿਪ ਦੀ ਆਪਾਂ ਗੱਲ ਕਰਦੇ ਹਾਂ ਕਿ ਕੱਦ ਘਟਿਆ, ਉਹ ਇਸ ਤਰੀਕੇ ਨਾਲ ਹਾਸ਼ੀਏ ਤੇ ਗਏ ਹੈ, ਜਿਹੜਾ ਉਹਦੇ ਲਈ ਭੁਗਤਣਾ ਪੈ ਰਿਹਾ ਸਮੁੱਚੇ ਪੰਥ ਨੂੰ। ਕਿਤੇ ਲੱਗਦਾ ਹੈ ਕਿ ਪੰਥਕ ਪਰੰਪਰਾਵਾਂ ਤੇ ਪੰਥਕ ਜਿਹੜੀਆਂ ਰਵਾਇਤਾਂ ਜਾਂ ਸੰਸਥਾਵਾਂ ਦੇ ਅੰਦਰ ਵੀ ਇੱਕ ਵੱਡਾ ਨਿਗਾਰ ਇਸ ਵਜ੍ਹਾ ਕਰਕੇ ਆਇਆ ਲੱਗਦਾ ਹੈ ਕਿ ਲੀਡਰਸ਼ਿਪ ਦੇ ਕੱਦ ਪਾਉਣੇ ਹੋ ਗਏ। ਐਕਚੁਅਲ ਸਿੱਧੂ ਸਾਹਿਬ ਜਿਹੜੀ SGPC ਹੈ, ਉਹ ਜਿਹੜਾ ਸਿੱਖ ਸਿਧਾਂਤ ਹੈ, ਸਿੱਖ ਵਿਚਾਰਧਾਰਾ ਹੈ, ਗੁਰੂ ਦਾ ਜਿਹੜਾ ਮਾਰਗ ਹੈ, ਉਹਦੇ ਉਲਟ ਹੈ। ਸਾਡੇ ਧਰਮ ਵਿੱਚ ਕਿਤੇ ਵੀ ਇਲੈਕਸ਼ਨ ਨਹੀਂ ਹੈ, ਸਿਲੈਕਸ਼ਨ ਹੈ। ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਅਗਰ ਜੋਤ ਤੇ ਜੁਗਤ ਲਹਿਣਾ ਜੀ ਨੂੰ ਦਿੱਤੀ ਆ ਤੇ ਉੱਥੇ ਵੋਟਾਂ ਪਈਆਂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਕੋਈ ਰਾਹ ਨਹੀਂ ਸੀ, ਖਹਿੜਾ ਨਹੀਂ ਸੀ, ਕੋਈ ਸਕੂਟਰ ਨਹੀਂ ਸੀ, ਸਾਈਕਲ ਨਹੀਂ ਸੀ, ਗੱਡੇ ਜਾਂ ਘੋੜੀਆਂ ਹੁੰਦੀਆਂ ਸੀਗੀਆਂ, ਉਦੋਂ ਆਨੰਦਪੁਰ ਸਾਹਿਬ ਦਾ ਜਿੱਥੇ ਕਿ ਜੰਗਲ ਬੀਆਬਾਨ ਸੀ, ਉੱਥੇ ਇਕੱਠ ਕੀਤਾ। ਔਰ ਮੈਂ ਨਹੀਂ ਕਹਿ ਰਿਹਾ, ਉਸ ਵੇਲੇ ਦੇ ਜਿਹੜੇ ਸੂਹੀਆ ਮੁਸਲਮਾਨ ਨੇ ਉਹਨਾਂ ਨੇ ਲਿਖਿਆ ਹੈ ਕਿ 85,000 ਦਾ ਇਕੱਠ ਸੀ। ਉਹਦੇ ਵਿੱਚ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੋਟਾਂ ਪਵਾਈਆਂ? ਸਾਡੇ ਜਿਹੜਾ ਵੋਟ ਕਲਚਰ ਆ ਇਹ ਹੈ ਹੀ ਨਹੀਂ। ਲੇਕਿਨ ਅੱਜ ਜਿੰਨਾ ਵੀ ਪੰਥ ਦੇ ਵਿੱਚ ਝਗੜਾ, ਭਾਵੇਂ ਲੋਕਲ ਗੁਰਦੁਆਰਿਆਂ 'ਚ, ਭਾਵੇਂ SGPC 'ਚ, ਭਾਵੇਂ ਅਕਾਲੀ ਦਲ ਦੇ ਵਿੱਚ ਹੈ, ਉਹਦਾ ਅਗਰ ਜੜ ਲੱਭਣੀ ਹੋਵੇ ਤੇ ਇਹ ਇਲੈਕਸ਼ਨ ਹੈ ਜਿਹੜੀ ਕਿ ਸਾਨੂੰ ਅੰਗਰੇਜ਼ ਦੇ ਕੇ ਗਏ ਨੇ। ਮੈਂ ਕਹਿਣਾ ਚਾਹੁੰਦਾ ਕਿ ਤੁਸੀਂ BJP ਦੀ ਗੱਲ ਕੀਤੀ ਕਿ BJP ਜਿਹੜੀ ਹੈਗੀ ਉਹ ਖੇਡ ਰਹੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੀ BJP ਸ਼੍ਰੀ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਦੀ BJP ਸੀ, ਉਹ ਅੱਜ BJP ਨਹੀਂ ਹੈ। ਮੈਂ ਉਹਨਾਂ ਨਾਲ ਕੰਮ ਕੀਤਾ। ਨਰਿੰਦਰ ਸਿੰਘ ਆਪਣਾ ਨਰਿੰਦਰ ਮੋਦੀ ਜੀ ਜਿਹੜੇ ਨੇ ਇੱਥੇ 4 ਸਾਲ ਮੇਰੇ ਨਾਲ ਇੱਕੋ ਮੰਜੇ ਦੇ ਉੱਤੇ ਦੁਪਹਿਰ ਨੂੰ ਲੰਮੇ ਪੈਂਦੇ ਰਹੇ ਨੇ, ਔਰ ਅਸੀਂ 34 ਸੈਕਟਰ 'ਚੋਂ ਛੋਲੇ ਭਟੂਰੇ ਮੰਗਾ ਕੇ ਇਕੱਠੇ ਬਹਿ ਕੇ ਦੋਵਾਂ ਪਲੇਟਾਂ 'ਚ ਖਾਂਦੇ ਰਹੇ ਹਾਂ। ਔਰ ਇਕੱਠੀਆਂ ਇਲੈਕਸ਼ਨ ਲੜੀਆਂ ਨੇ। 2 ਵਾਰੀ ਸਤਪਾਲ ਜੈਨ ਨੂੰ ਹੀ MP ਬਣਾਇਆ, 1 ਵਾਰੀ 13 ਦਿਨ ਔਰ 1 ਵਾਰੀ 13 ਮਹੀਨੇ। ਉਸ ਤੋਂ ਬਾਅਦ ਜਿਹੜੀ ਅਸੀਂ ਕਾਰਪੋਰੇਸ਼ਨ ਜਿੱਤੀ ਆ, 20 ਦੇ ਵਿੱਚੋਂ 15 ਆਦਮੀ ਅਕਾਲੀ ਦਲ ਤੇ BJP ਦੇ ਜਿੱਤੇ ਸੀ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਫਰਕ ਕੀ ਆ ਕਿ ਅਡਵਾਨੀ ਜੀ ਜਦੋਂ ਵੀ ਮੈਂ ਵਰਗਾ ਮੇਰਾ ਇੱਕ ਆਮ ਛੋਟਾ ਜਿਹਾ ਜਥੇਦਾਰ ਸੀਗਾ, ਜਦੋਂ ਉਹਨਾਂ ਨੂੰ ਮਿਲਿਆ ਉਹਨਾਂ ਨੇ ਖੜੇ ਹੋ ਕੇ ਹੱਥ ਮਿਲਾ ਕੇ ਬੜੇ ਸਤਿਕਾਰ ਦੇ ਨਾਲ ਬਿਠਾ ਕੇ ਫਿਰ ਬੈਠੇ ਨੇ। ਅਟਲ ਬਿਹਾਰੀ ਵਾਜਪਾਈ ਜੀ ਪ੍ਰਾਈਮ ਮਿਨਿਸਟਰ ਸਨ, ਅਸੀਂ ਉਹਨਾਂ ਨੂੰ ਮਿਲਣ ਵਾਸਤੇ ਗਏ, ਸਾਨੂੰ 15 ਮਿੰਟਾਂ ਦੇ ਵਿੱਚ ਟਾਈਮ ਮਿਲ ਗਿਆ। ਔਰ ਅਟਲ ਬਿਹਾਰੀ ਵਾਜਪਾਈ ਨੇ ਜਿੰਨਾ ਸਾਡਾ ਸਤਿਕਾਰ ਕੀਤਾ, ਅੱਜ ਉਹ ਨਹੀਂ, ਅੱਜ ਸ਼ਾਹ ਤੇ ਨਰਿੰਦਰ ਮੋਦੀ ਆ ਜਿਹੜੇ ਸ਼ਿਵ ਸੈਨਾ ਵਰਗੀ ਜਿਹੜੀ ਇੰਨੇ ਚਾਰ ਦੀ ਉਹਨਾਂ ਨਾਲ ਪਾਰਟੀ ਤੁਰੀ ਆਉਂਦੀ ਸੀ, ਉਹਨੂੰ ਖੇਰੂ ਕਰਕੇ ਸੁੱਟ ਦਿੱਤਾ। ਅੱਜ ਅਗਰ BJP ਇਹਨਾਂ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈ, ਉਹਨਾਂ ਨੇ ਮਗਰ ਤੁਰੇ ਫਿਰਦੇ ਨੇ। ਸਿਕੰਦਰ ਸਿੰਘ ਮਲੂਕੇ ਦਾ ਬਿਆਨ ਵੇਖ ਲਓ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਵੇਲੇ BJP ਦੇ ਵਿੱਚ ਅੱਧਿਓਂ ਜ਼ਿਆਦਾ ਕਾਂਗਰਸ ਹੈ, ਅੱਧਿਓਂ ਜ਼ਿਆਦਾ ਅਕਾਲੀ ਦਲ ਹੈ। ਮਿਹਰਬਾਨੀ ਰਿਆੜ ਜੀ, ਥੈਂਕ ਯੂ ਰਿਆੜ ਸਾਹਿਬ। ਨਰੋਲ BJP ਨਹੀਂ ਹੈ। ਥੈਂਕ ਯੂ ਰਿਆੜ ਸਾਹਿਬ, ਥੈਂਕ ਯੂ ਵੈਰੀ ਮਚ। ਤੁਹਾਡਾ ਵੀ ਪਿੰਡ ਆ ਗਿਆ। ਸਮਾਂ ਵੀ ਆਪਣੇ ਕੋਲ ਨਹੀਂ। ਅਮਰਿੰਦਰ ਜੀ, ਮੈਂ ਕਮੈਂਟ ਜ਼ਰੂਰ ਲੈਣਾ ਚਾਹਾਂਗਾ ਕਿ ਜੋ ਇਸ ਵੇਲੇ ਸਥਿਤੀ ਬਣੀ ਵੀ ਹੈ, ਕੱਲਾ ਪੋਲੀਟੀਕਲ ਤੌਰ ਤੇ ਨਹੀਂ, ਧਾਰਮਿਕ ਸੰਸਥਾਵਾਂ ਦੇ ਲਈ ਵੀ ਵੱਡੀ ਚੁਣੌਤੀ ਦੀ ਵਜ੍ਹਾ ਬਣਦੀ ਜਾ ਰਹੀ ਹੈ ਸਥਿਤੀ। ਅਮਰਿੰਦਰ ਜੀ। ਬਿਲਕੁਲ ਸਿੱਧੂ ਸਾਹਿਬ, ਪ੍ਰੋਬਲਮ ਜਿਹੜੀ ਹੈਗੀ ਹੈ, ਪ੍ਰੋਬਲਮ ਤਾਂ ਬਾਦਲ ਫੈਮਿਲੀ ਦੇ ਵਿੱਚ ਹੋਈ ਹੈ। ਜਦੋਂ ਤੱਕ ਉਹ ਆਪਣਾ ਗਲਵਾ ਨਹੀਂ ਛੱਡਦੇ, ਝੁੰਦਾ ਕਮੇਟੀ ਕਹਿ ਰਹੀ ਹੈ, ਪਬਲਿਕ ਕਹਿ ਰਹੀ ਹੈ, ਹਰ ਬੰਦਾ ਕਹਿ ਰਿਹਾ, ਲੇਕਿਨ ਉਹਨਾਂ ਨੂੰ ਐਂ ਲੱਗਦਾ ਹੈ ਬਈ ਉਹਨਾਂ ਨੂੰ ਆਪਣੇ ਪੈਸੇ ਤੇ ਇੰਨਾ ਗੁਮਾਨ ਹੈ ਕਿ ਅਸੀਂ ਪੈਸੇ ਨਾਲ ਸਾਰਾ ਕੁਝ ਮੈਨੇਜ ਕਰ ਲਾਂਗੇ ਤੇ ਅਸੀਂ ਬਿਲਕੁਲ ਨਹੀਂ ਛੱਡਾਂਗੇ। ਉਹ ਜਿਹੜੀ ਇੱਕ ਪਕੜ ਹੈ, ਉਹ ਸਾਰੀ ਮਤਲਬ ਜੜ ਹੈਗੀ ਹੈ ਤੇ ਉਹਦੇ ਕਰਕੇ ਸਾਰਾ ਨੁਕਸਾਨ ਹੋ ਰਿਹਾ ਹੈ। ਤੇ ਇਹ ਹੁਣ ਜੇ ਕਾਫਲਾ ਉਸ ਪਕੜ ਨੂੰ ਕਮਜ਼ੋਰ ਕਰ ਪਾਏਗਾ, ਇਹ ਸਮਾਂ ਭਵਿੱਖ ਦੱਸੇਗਾ। ਥੈਂਕ ਯੂ ਵੈਰੀ ਮਚ। ਮੈਂ ਬਾਕੀ ਮਹਿਮਾਨਾਂ ਤੋਂ ਹੀ ਬਰਾਗੀ ਸਾਹਿਬ ਮੈਂ ਆਣਾ ਤੁਹਾਡੇ ਵੱਲ। ਡਾਕਟਰ ਸਹੋਤਾ ਤੋਂ 2 ਲਾਈਨਾਂ ਦਾ ਕਮੈਂਟ ਇਸੇ ਮੁੱਦੇ ਤੇ। ਡਾਕਟਰ ਸਾਹਿਬ जी, मैं तो फिर गुजारिश करूँगी कि गुरु साहब ने कहा सबना जियां का एक दाता सो मैं विसर ना जाई, समत बख्शे इन्हां लीडरां नूं, आगूआं नूं। सो जे अगर काफला चलिया हैगा ते कम से कम निज नूं छड्ड के अजे भी डुੱਲੇ ਵੇੜਾਂ ਦਾ ਕੁਝ ਨਹੀਂ ਸਿੱਧੂ ਸਾਹਿਬ ਵਿਗੜਿਆ। ਅਗਰ ਸੱਚਮੁੱਚ ਹੀ ਅੰਦਰੋਂ ਸੱਚੇ ਹੋ ਕੇ ਇਕੱਠੇ ਹੋ ਰਹੇ ਨੇ ਤਾਂ ਮੇਰਾ ਖਿਆਲ ਹੈ ਅਸੀਂ ਸਲੂਟ ਕਰਦੇ ਹਾਂ ਇਹਨਾਂ ਦੀ ਸੋਚ ਨੂੰ, ਪਰ ਬਜਾਏ ਬਸ਼ਰਤੇ ਕਿ ਉਹਦੇ ਵਿੱਚ ਸੱਚ ਹੋਵੇ। ਮਿਹਰਬਾਨੀ। ਬਰਾਗੀ ਜੀ, ਲਾਸਟ ਕਮੈਂਟ ਤੁਹਾਡਾ। ਸਿਰਫ ਜਿਵੇਂ ਅਮਰਿੰਦਰ ਸਿੰਘ ਜੀ ਨੇ ਵੀ ਕਿਹਾ ਵਾ ਵੀ ਬਾਦਲ ਕਲੇਬ ਦੀ ਗੱਲ ਕਰ ਰਹੇ ਤੇ ਬਾਦਲ ਫੈਮਿਲੀ ਦੀ ਕਰ ਰਹੇ। ਪ੍ਰੋਬਲਮ ਹੀ ਸਾਡੀ ਇਹ ਆ, ਅਸੀਂ ਲੈਗ ਪੁਲਿੰਗ ਤੇ ਲੱਗੇ ਹੋਏ ਆ। ਤੁਸੀਂ ਕੋਈ ਇੱਕ ਅਦਾ ਲੈਂਡਮਾਰਕ ਐਸਟੈਬਲਿਸ਼ ਤਾਂ ਕਰੋ।
ਤੁਸੀਂ ਕੋਈ ਸਮਾਜ ਹਿੱਤ ਦੇ ਵਿੱਚ, ਕੋਈ ਧਾਰਮਿਕ ਹਿੱਤ ਦੇ ਵਿੱਚ ਕੁਝ ਕਰਕੇ ਤਾਂ ਦਿਖਾਓ। ਤੁਹਾਡਾ ਸਾਰਾ ਪੰਥਕ ਤਰ੍ਹਾਂ ਦਾ ਜ਼ੋਰ ਹੀ ਇਸੇ ਚੀਜ਼ ਤੇ ਲੱਗਿਆ ਹੋਇਆ ਵੀ ਬਾਦਲ ਫੈਮਿਲੀ ਨੂੰ ਖਿੱਚ ਲਓ, ਬਾਦਲ ਫੈਮਿਲੀ ਨੂੰ ਖਿੱਚ ਦਿਓ। ਇਹੀ ਵੱਡਾ ਕਾਰਨ ਆ ਵੀ ਸਾਡਾ ਜਿਹੜਾ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਮੁੱਦੇ ਉੱਭਰ ਨਹੀਂ ਰਹੇ, ਕਿਉਂਕਿ ਸਾਡੀ ਮਾਫ ਕਰਨਾ, ਇੱਕ ਸੋਚ ਦਾ ਦਾਇਰਾ ਜਿਹੜਾ ਹੈਗਾ ਉਹਨੂੰ ਰੀਡਿਫਾਈਨ ਕਰਨ ਦੀ ਲੋੜ ਹੈਗੀ। ਬਹੁਤ ਬਹੁਤ ਮਿਹਰਬਾਨੀ। ਸਾਰੇ ਮਹਿਮਾਨਾਂ ਦਾ ਧੰਨਵਾਦ ਜਿਹੜੇ ਬੇਨਤੀ ਪ੍ਰਵਾਨ ਕਰਕੇ ਸਾਡੇ ਸਟੂਡੀਓ 'ਚ ਆਏ। ਮੁੱਦਾ ਬਹੁਤ ਵੱਡਾ ਸੀ। ਸ਼੍ਰੋਮਣੀ ਅਕਾਲੀ ਦਲ, ਚਾਹੇ ਜਗਮੀਤ ਬਰਾੜ ਦੀ ਗੱਲ ਕਰ ਲਈਏ, ਬੀਬੀ ਜਗੀਰ ਕੌਰ ਦੀ ਗੱਲ ਕਰ ਲਈਏ, ਜੇ ਦੂਜੇ ਆਗੂਆਂ ਦੀ, ਜਿਸ ਤਰੀਕੇ ਨਾਲ ਬਗਾਵਤੀ ਸੁਰਾਂ ਉੱਠ ਰਹੀਆਂ ਔਰ ਕਿਹਾ ਇਹ ਜਾ ਰਿਹਾ ਕਿ ਪੰਥਕ ਮਜ਼ਬੂਤੀ ਲਈ, ਅਕਾਲੀ ਦਲ ਦੀ ਮਜ਼ਬੂਤੀ ਲਈ ਅਸੀਂ ਸਿਰ ਜੋੜ ਕੇ ਬੈਠ ਕੇ ਇਸ ਮੁੱਦੇ 'ਤੇ ਵਿਚਾਰ ਕਰਨਾ ਚਾਹੁੰਦੇ ਹਾਂ। ਪਰ ਦੂਜੇ ਪਾਸੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਕਹਿਣਾ ਕਿ ਇਸ ਸੋਚ ਤੇ ਚਰਚਾ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਆਪਾਂ ਫੈਸਲਾ ਦਰਸ਼ਕਾਂ 'ਤੇ ਛੱਡਦੇ ਹਾਂ ਕੌਣ ਸਹੀ ਕੌਣ ਗਲਤ। ਪਰ ਇਹ ਜ਼ਰੂਰ ਹੈ ਕਿ ਸਾਰੇ ਪੰਥਕ ਮਹਿਮਾਨ ਜਿਹੜੇ ਇਹਨਾਂ ਮੁੱਦਿਆਂ 'ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਆਏ, ਤੁਹਾਡੇ ਸਾਰਿਆਂ ਵੱਲੋਂ ਮੈਂ ਇੱਕ ਵਾਰ ਮੁੜ ਕੇ ਉਹਨਾਂ ਦਾ ਧੰਨਵਾਦੀ ਹਾਂ। ਅਤੇ ਇਹਦੇ ਨਾਲ ਹੀ ਆਪਾਂ ਤੁਹਾਡੇ ਕੋਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।